ਕਿਵੇਂ ਦੇਖੀਏ ਢਿੱਲੋਂ ਸਾਹਿਬ ਇਸ ਬਿਆਨ ਨੂੰ, ਜੇਕਰ ਸਿਆਸਤ ਦੀ ਨਜ਼ਰੀਏ ਨਾਲ ਦੇਖਣਾ ਆ, ਤੁਸੀਂ ਇਹਦੇ ਪਿੱਛੇ ਕੀ ਦੇਖਦੇ ਹੋ? ਸ਼ਰਾਰਤਕੁਨ ਬਿਆਨ ਹੈ। ਠੀਕ ਹੈ। ਇਟ ਇਜ਼ ਟੋਟਲੀ ਮਿਸਚੀਵੀਅਸ ਸਟੇਟਮੈਂਟ ਆਫ ਮਿਸਟਰ ਲਾਲਪੁਰਾ। ਧਰਮ ਦੇ ਤੌਰ ਤੇ ਜਿਸ ਤਰੀਕੇ ਨਾਲ ਬਦਲੀ ਕੀਤੀ ਜਾ ਰਹੀ ਹੈ, ਜਾਂ ਲੱਗਦਾ ਆ ਵੀ ਉਹ ਜ਼ਿਆਦਾ ਆਬਾਦੀ ਨੂੰ ਫਰਕ ਪਾ ਰਿਹਾ ਆ? ਨਹੀਂ, ਦੇਖੋ ਬਹੁਤ ਫੈਕਟਰਸ ਹੈਗੇ। ਇਸੇ ਤਰੀਕੇ ਨਾਲ ਸਾਡੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹ ਕੋਈ ਇਸ ਕਿਸਮ ਦਾ ਵਧੀਆ ਪ੍ਰਚਾਰ ਨਹੀਂ ਕਰ ਰਹੀ। ਖਾਣਾ ਪਾਣੀ ਸਾਡਾ ਬਦਲ ਗਿਆ, ਸਾਡਾ ਪੱਛਮੀ ਸੱਭਿਅਤਾ ਨਾਲ ਜਿਹੜਾ ਕਿ ਸਾਡਾ ਕਲਚਰ ਸੱਭਿਅਤਾ ਸਾਡੀ ਬਦਲੀ ਆ, ਉਹਨੇ ਸਿੱਖਾਂ ਦੇ ਵਿੱਚ ਬੱਚੇ ਪੈਦਾ ਕਰਨ ਦੀ ਸਮਰੱਥਾ ਘਟਾਤੀ, ਖਤਮ ਕਰਤੀ। ਉਹ ਗੱਲ ਪੋਟੈਂਸ਼ੀਅਲ ਹੀ ਖਤਮ ਕਰ ਦਿੱਤਾ। એનર્ਜੀ ਨਹੀਂ, ਜਦੋਂ ਤੁਹਾਡੇ 'ਚ ਖੁਰਾਕ ਨਹੀਂ ਤੁਸੀਂ ਖਾ ਰਹੇ ਪ੍ਰੋਪਰਲੀ, ਡਰੱਗ ਹੀ ਖਾਈ ਜਾਂਦੇ ਹੋ, ਡਰੱਗ ਹੀ ਖਾਈ ਜਾਂਦੇ ਹੋ, ਪਏ ਰਹੇ ਕਿ ਸਿੱਖਾਂ ਨੂੰ ਦੀ ਅਨਇੰਪਲੋਇਮੈਂਟ ਬਹੁਤ ਮੈਸਿਵ ਸਕੇਲ ਤੇ ਹੈ। ਔਰ ਜਿਹੜੀ ਸਰਕਾਰ ਆ, ਖਾਸ ਤੌਰ ਤੇ ਮੌਜੂਦਾ ਸਰਕਾਰ ਆ, ਉਹ ਤਾਂ ਸਿੱਖਾਂ ਨੂੰ ਇੰਪਲੋਇਮੈਂਟ ਦਿੰਦੀ ਨਹੀਂ, ਕਿਉਂਕਿ ਉਸ ਦੇ ਉੱਤੇ ਕੇਜਰੀਵਾਲ ਸਾਹਿਬ ਹਾਵੀ ਆ, ਚੱਡਾ ਸਾਹਿਬ ਹਾਵੀ ਆ। ਉਹ ਤਾਂ ਮਤਲਬ ਐਂਟੀ ਸਿੱਖ ਐਂਟੀ ਪੰਜਾਬ ਹੈਗੇ ਆ। ਇੱਕ ਤਾਂ ਜਿਹੜੀ ਸਿੱਖਾਂ ਦੀ ਮਾਈਗ੍ਰੇਸ਼ਨ ਹੋ ਰਹੀ ਹੈ ਬੜੇ ਮੈਸਿਵ ਸਕੇਲ ਤੇ, ਯੂਰਪ ਦੇ ਵਿੱਚ ਵੀ, ਕੈਨੇਡਾ ਦੇ ਵਿੱਚ ਵੀ, ਆਸਟ੍ਰੇਲੀਆ ਦੇ ਵਿੱਚ ਵੀ, ਅਮਰੀਕਾ ਤੋਂ ਵੀ, ਜਿੱਥੇ ਜਿੱਥੇ ਜਾਂਦੇ ਆ ਵਿਚਾਰੇ ਸਿੱਖ। ਇੱਕ ਬੜੀ ਚਿੰਤਾ ਤੇ ਫਿਕਰ ਵਾਲੀ ਗੱਲ ਹੈ ਕਿ ਸਾਡੀ ਆਬਾਦੀ ਕਿਉਂ ਘਟ ਰਹੀ ਹੈ, ਜਦ ਕਿ ਦੂਸਰਿਆਂ ਦੀ ਆਬਾਦੀ ਵਧ ਰਹੀ ਹੈ। ਮੁਸਲਮਾਨਾਂ ਦੀ ਆਬਾਦੀ ਵਧ ਰਹੀ ਹੈ, ਕ੍ਰਿਸਚਨਸ ਦੀ ਆਬਾਦੀ ਵਧ ਰਹੀ ਹੈ, ਇਸੇ ਤਰੀਕੇ ਹਿੰਦੂਆਂ ਦੀ ਆਬਾਦੀ ਵਧ ਰਹੀ ਹੈ। ਜੋ ਵੀ ਵਰਤਾਰਾ ਹੈ ਉਹਦੇ ਵਿੱਚ ਤੁਸੀਂ ਕਿਸ ਤਰੀਕੇ ਨਾਲ ਖੁੱਲ੍ਹ ਦਿੱਤੀ। ਆਹ ਜਿਹੜਾ ਸੁਮੇਧ ਸਿੰਘ ਸੈਣੀ ਨੂੰ ਕਿਸ ਤਰੀਕੇ ਨਾਲ ਤੁਸੀਂ KPS ਨੂੰ ਜਿਹੜਾ ਬੁੱਚੜ ਹੈ, ਇਸੇ ਤਰੀਕੇ ਨਾਲ ਬਿਆਸ ਸਿੰਘ ਜਿਹੜਾ ਬੁੱਚੜ ਹੈ, ਸਮਝੇ ਕਿ ਨਹੀਂ? ਤਾਂ ਕਿਸ ਤਰੀਕੇ ਨਾਲ ਬੁੱਚੜੀ ਕੀਤੀ ਹੈ, ਤਾਂ ਕੌਣ ਬੰਦਾ ਅੱਗੇ ਆਏਗਾ ਜੇ ਲਾਲੈਸ ਲਾਅ ਪ੍ਰਵੇਲ ਕੀਤਾ ਪੰਜਾਬ ਦੇ ਵਿੱਚ। ਨਸਲ ਕੁਸ਼ੀ ਕੀਤੀ ਗਈ, ਓਪਨਲੀ ਵੀ ਕੀਤੀ ਗਈ। ਨਵੰਬਰ ਦੇ ਵਿੱਚ ਸਾਰੇ ਹਿੰਦੁਸਤਾਨ ਤੇ ਦਿੱਲੀ ਦੇ ਵਿੱਚ ਕੀ ਹੋਇਆ? ਪੰਜਾਬ ਦੇ ਵਿੱਚ KPS ਗਿੱਲ ਨੂੰ ਖੁੱਲ੍ਹ ਦਿੱਤੀ ਗਈ। ਹੀ ਵਾਜ਼ ਅ ਲਾਅ ਅਨਟੂ ਹਿਮਸੈਲਫ। ਜੇ ਅਨਆਇਡੈਂਟੀਫਾਈਡ ਆ, ਅਣਪਛਾਤੇ ਆ, ਤਾਂ ਸਿੱਖ ਕਿਵੇਂ ਹੋ ਗਏ? ਜੇ ਅਣਪਛਾਤੇ ਆ ਤਾਂ ਉਹ ਆਤੰਕਵਾਦੀ ਕਿਵੇਂ ਹੋ ਗਏ? ਪਰ ਇਹ ਹਰ ਰੋਜ਼ ਸਟੇਟਮੈਂਟ ਆਉਂਦੀ ਸੀ, ਔਰ ਸਾਰੀ ਜਿਹੜੀ ਜਰਨਲਿਸਟ ਸੀ ਉਸ ਨੂੰ ਕੈਰੀ ਕਰਦੇ ਸੀ ਸਾਰੇ ਅਖਬਾਰਾਂ ਦੇ ਵਿੱਚ। ਤੋ ਜੇ ਕੋਈ ਅਣਪਛਾਤਾ ਹੈ ਤਾਂ ਸਿੱਖ ਤਾਂ ਹੋ ਹੀ ਨਹੀਂ ਸਕਦਾ ਅਣਪਛਾਤਾ। ਅਣਪਛਾਤਾ, ਹਾਂ, ਜਿਹਦੀ ਪਛਾਣ ਹੀ ਨਹੀਂ, ਉਹ ਫਿਰ ਅੱਤਵਾਦੀ ਜਾਂ ਕੀ ਹੈ, ਉਹ ਅੱਤਵਾਦੀ ਕਿਵੇਂ ਹੋ ਸਕਦਾ? ਸੁਮੇਧ ਸਿੰਘ ਸੈਣੀ ਜਿਸ ਨੇ ਕਿਤਨੇ ਗੁਨਾਹ ਕੀਤੇ, ਕਿਤਨੇ ਜ਼ੁਲਮੋ ਸਿਤਮ ਕੀਤਾ ਸਿੱਖਾਂ ਦੇ ਉੱਤੇ, ਜੁਡੀਸ਼ਰੀ ਵੀ ਉਹਦੀ ਫੇਵਰ ਕਰਦੀ ਹੈ, ਸਮਝੇ ਕਿ ਨਹੀਂ? ਔਰ ਜੁਡੀਸ਼ਰੀ ਨੇ ਤਾਂ ਕਰਨਾ ਹੀ, ਕਿਉਂਕਿ ਹਿੰਦੂਆਈਜ਼ ਜੁਡੀਸ਼ਰੀ ਹੈ। ਤਾਂ ਦੂਜੇ ਪਾਸੇ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੇ ਕੀ ਕੀਤਾ? ਸਭ ਤੋਂ ਪਹਿਲਾਂ ਹਲੇ ਸਹੁੰ ਨਹੀਂ ਖਾਧੀ ਸੀ, ਸੁਖਬੀਰ ਬਾਦਲ ਕਹਿੰਦਾ DGP ਬਣੋ ਪੰਜਾਬ ਦੇ। ਇਹ ਗੱਲ ਨੂੰ ਕਿਸ ਤਰ੍ਹਾਂ ਮਿਟਾ ਦੋਗੇ ਤੁਸੀਂ ਇਤਿਹਾਸ ਦੇ? ਮੈਨੂੰ ਇੱਕ ਤੁਸੀਂ ਇਹ ਜਵਾਬ ਦਿਓ, ਸਵਾਏ ਲਛਮਣ ਸਿੰਘ ਗਿੱਲ ਤੋਂ, ਜਿਹਨੇ 9-10 ਮਹੀਨੇ ਰਾਜ ਕੀਤਾ ਪੰਜਾਬ ਦੇ ਵਿੱਚ, ਬਾਕੀ ਸਾਰੇ ਦੇ ਸਾਰੇ ਜਿੰਨੇ ਵੀ ਚੀਫ ਮਿਨਿਸਟਰ ਆਏ, ਚਾਹੇ ਗੁਰਨਾਮ ਸਿੰਘ ਸੀ, ਚਾਹੇ ਪ੍ਰਕਾਸ਼ ਸਿੰਘ ਬਾਦਲ ਸੀ, ਚਾਹੇ ਦਰਬਾਰਾ ਸਿੰਘ ਸੀ, ਚਾਹੇ ਕੈਰੋਂ ਸੀ, ਸਾਰਿਆਂ ਨੇ ਸਿੱਖਾਂ ਦੇ ਉੱਤੇ ਜ਼ੁਲਮ ਕਰਕੇ ਉਹ ਸਿੱਖਾਂ ਦੇ ਬੇਗੁਨਾਹ ਸਿੱਖਾਂ ਦੇ ਖੂਨ ਦੇ ਉੱਤੇ ਆਪਣੀਆਂ ਅਰਬਾਂ ਖਰਬਾਂ ਕਰੋੜਾਂ ਰੁਪਏ ਦੀਆਂ ਪ੍ਰਾਪਰਟੀਆਂ ਬਣਾਈਆਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ TV ਤੇ ਮੈਂ ਹਾਂ ਸੁਰਖਾਵ। ਦੋਸਤੋ, ਬੀਤੇ ਦਿਨੀ ਇਕਬਾਲ ਸਿੰਘ ਲਾਲਪੁਰਾ ਇੱਕ ਬਿਆਨ ਦਿੰਦੇ ਨੇ ਜਿਸ ਨੇ ਪੰਜਾਬ ਦੀ ਸਿਆਸਤ ਨੂੰ, ਪੰਜਾਬ ਦੇ ਸਿੱਖਾਂ ਨੂੰ ਅਸੀਂ ਕਹਿ ਦਈਏ ਕਿ ਚਿੰਤਾ ਵਿੱਚ ਪਾ ਦਿੱਤਾ। ਉਹ ਬਿਆਨ ਸੀ ਕਿ ਪੰਜਾਬ ਅੰਦਰ ਸਿੱਖਾਂ ਦੀ ਜਨਸੰਖਿਆ ਘਟ ਰਹੀ ਹੈ। ਬੇਸ਼ੱਕ ਅਸੀਂ ਫਿਕਰ ਵਾਲਾ ਬਿਆਨ ਅਸੀਂ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਨਾਲ ਸਿੱਖ ਸਿਆਸਤ ਨਾਲ ਜੁੜਿਆ ਹੋਇਆ ਬਿਆਨ ਹੈ, ਉਹਨਾਂ ਲਈ ਬਹੁਤ ਇਹ ਫਿਕਰਮੰਦਾ ਬਿਆਨ ਹੈ, ਪਰ ਇਹਦੇ ਪਿੱਛੇ ਅਸਲੀ ਕਾਰਨ ਕੀ ਹੈ, ਇਹ ਚੀਜ਼ਾਂ ਬੁੱਧੀਜੀਵੀਆਂ ਨੂੰ ਜ਼ਿਆਦਾ ਪਤਾ ਹੁੰਦੀਆਂ ਨੇ। ਸਾਡੇ ਨਾਲ ਸਿੱਖ ਬੁੱਧੀਜੀਵੀ ਡਾਕਟਰ ਗੁਰਦਰਸ਼ਨ ਢਿੱਲੋਂ ਨੇ, ਉਹਨਾਂ ਤੋਂ ਜਾਣਕਾਰੀ ਲੈਣੇ ਆ ਕਿ ਜਿਹੜਾ ਬਿਆਨ ਹੈ ਅਸਲੀ ਤਰਕ ਇਹਦੇ ਪਿੱਛੇ ਕੀ ਆ। ਸਰ, ਬਹੁਤ ਬਹੁਤ ਸਵਾਗਤ ਹੈ ਜੀ ਸਪੋਕਸਮੈਨ। ਥੈਂਕ ਯੂ ਸਪੋਕਸਮੈਨ TV ਦੇ ਤੁਹਾਨੂੰ ਵੀ, ਤੁਹਾਡੇ ਸਰੋਤਿਆਂ ਨੂੰ ਸਤਿਕਾਰ ਸਹਿ ਸਤਿ ਸ੍ਰੀ ਅਕਾਲ ਜੀ। ਦੇਖੋ, ਇਹ ਬਿਆਨ ਦਿੱਤਾ ਹੈਗਾ ਉਸ ਬੰਦੇ ਨੇ ਜਿਹੜਾ ਕਾਰਨ ਕੋਨਾ BJP ਦਾ। ਜੇ ਫਰਜ਼ ਕਰੋ ਸਿੱਖਾਂ ਦੀ ਘਟ ਰਹੀ ਆਬਾਦੀ ਦਾ ਫਿਕਰ ਹੈ ਇਹਨਾਂ ਨੂੰ, ਕੀ ਇਹਨਾਂ ਦਾ ਨਾਮ ਆ ਇਕਬਾਲ ਸਿੰਘ ਲਾਲਪੁਰਾ ਸਾਹਿਬ ਨੂੰ, ਮਾਈਨੋਰਟੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਆ, ਤੇ ਜਿਹੜੀ ਵਰਕਿੰਗ ਕਮੇਟੀ ਆ BJP ਦੀ, ਉਹਦੇ ਵੀ ਮੈਂ ਐਗਜ਼ੈਕਟਿਵ ਦੇ ਮੈਂਬਰ ਆ, ਤਾਂ ਇਹਨਾਂ ਨੂੰ ਕੁਛ ਕਰਨਾ ਚਾਹੀਦਾ। ਇਹ ਸਿੰਪਲੀ ਇਹ ਸਟੇਟਮੈਂਟ ਦੇ ਕੇ ਤਾਂ ਗੱਲ ਮੁੱਕਦੀ ਨਹੀਂ ਹੈ।
ਕਿਉਂ ਸਾਡੀ ਮਤਲਬ ਸਿੱਖਾਂ ਦੀ ਆਬਾਦੀ, ਉਹਦੇ ਦੋ ਕਾਰਨ ਆ। ਇੱਕ ਤਾਂ ਜਿਹੜੀ ਸਿੱਖਾਂ ਦੀ ਮਾਈਗ੍ਰੇਸ਼ਨ ਹੋ ਰਹੀ ਹੈ ਬੜੇ ਮੈਸਿਵ ਸਕੇਲ ਤੇ, ਯੂਰਪ ਦੇ ਵਿੱਚ ਵੀ, ਕੈਨੇਡਾ ਦੇ ਵਿੱਚ ਵੀ, ਆਸਟ੍ਰੇਲੀਆ ਦੇ ਵਿੱਚ ਵੀ, ਅਮਰੀਕਾ ਜੋ ਵੀ ਜਿੱਥੇ ਜਿੱਥੇ ਜਾਂਦੇ ਆ ਵਿਚਾਰੇ ਸਿੱਖ ਕਿਉਂ ਜਾ ਰਹੇ ਹੋ, ਉਹਦਾ ਇੱਕ ਕਾਰਨ ਹੈ ਕਿ ਸਿੱਖਾਂ ਨੂੰ ਦੀ ਅਨਇੰਪਲੋਇਮੈਂਟ ਬਹੁਤ ਮੈਸਿਵ ਸਕੇਲ ਤੇ, ਔਰ ਜਿਹੜੀ ਸਰਕਾਰ ਆ ਖਾਸ ਤੌਰ ਤੇ ਮੌਜੂਦਾ ਸਰਕਾਰ ਆ, ਉਹ ਤਾਂ ਸਿੱਖਾਂ ਨੂੰ ਇੰਪਲੋਇਮੈਂਟ ਦਿੰਦੀ ਨਹੀਂ, ਕਿਉਂਕਿ ਉਸ ਦੇ ਉੱਤੇ ਕੇਜਰੀਵਾਲ ਸਾਹਿਬ ਹਾਵੀ ਆ, ਚੱਡਾ ਸਾਹਿਬ ਹਾਵੀ ਆ, ਉਹ ਤਾਂ ਮਤਲਬ ਐਂਟੀ ਸਿੱਖ ਐਂਟੀ ਪੰਜਾਬ ਹੈਗੇ ਆ, ਤਾਂ ਉਹ ਨੈਚੁਰਲੀ ਬਾਹਰ ਵਾਲੇ ਬੰਦਿਆਂ ਨੂੰ ਇੰਪਲੋਇਮੈਂਟ ਦੇ ਰਹੇ ਆ, ਖੁੱਲੇ ਤੌਰ ਦੇ ਉੱਤੇ ਦੇ ਰਹੇ ਆ। ਔਰ ਪੰਜਾਬੀ ਜਿਹੜੀ ਕੰਪਲਸਰੀ ਹੋਣੀ ਚਾਹੀਦੀ ਹੈ ਪੰਜਾਬ ਦੇ ਮੁਲਾਜ਼ਮਾਂ ਨੂੰ, ਉਹਨਾਂ ਨੇ ਡੋਮਿਸਾਈਲ ਦਾ ਸਰਟੀਫਿਕੇਟ ਨਹੀਂ ਉਹ ਲੈਂਦੇ, ਔਰ ਰਿਜ਼ਰਵੇਸ਼ਨ ਮੈਂ ਕਹਿੰਦਾ ਕਾਨੂੰਨੀ ਤੌਰ ਦੇ ਉੱਤੇ ਤੁਸੀਂ ਨੌਕਰੀ ਲੈ ਕੇ ਤਾਂ ਦਿਖਾਓ, ਹਿਮਾਚਲ ਪ੍ਰਦੇਸ਼ ਦੇ ਵਿੱਚ ਤੁਸੀਂ ਨੌਕਰੀ ਤਾਂ ਲੈ ਕੇ ਦੇਖੋ, ਅਰੁਣਾਚਲ ਪ੍ਰਦੇਸ਼ ਦੇ ਵਿੱਚ ਤਾਂ ਐਗਜ਼ੈਕਟਲੀ ਉਹੀ ਸਿਚੁਏਸ਼ਨ ਹੋ ਰਹੀ ਹੈ ਜੋ ਅਸਾਮ ਦੇ ਵਿੱਚ ਅਸਾਮੀਆਂ ਦੀ ਹੈ, ਸਮਝੇ ਕਿ ਨਹੀਂ। ਤਾਂ ਇਹ ਬੜੀ ਚਿੰਤਾ ਵਾਲਾ ਵਿਸ਼ਾ। ਔਰ ਜਿਹੜੇ ਖਾਸ ਤੌਰ ਤੇ ਕੁਝ ਮਿਸ਼ਨਰੀ ਇੱਥੇ ਕੰਮ ਕਰਦੇ ਆ, ਉਹ ਬਹੁਤ ਅਲਿਓਰਮੈਂਟਾਂ ਦੇ ਰਹੇ ਆ ਸਿੱਖਾਂ ਨੂੰ, ਗਰੀਬ ਸਿੱਖਾਂ ਨੂੰ ਵਿਚਾਰਿਆਂ ਨੂੰ, ਉਹਨਾਂ ਨੂੰ ਅਲਿਓਰਮੈਂਟਾਂ ਦੇ ਕੇ ਮਤਲਬ ਉਹਨਾਂ ਨੂੰ ਉਹਨਾਂ ਦੀ ਕਨਵਰਸ਼ਨ ਕਰਦੇ ਆ, ਲਓ ਜੀ ਅਸੀਂ ਤੁਹਾਡੇ ਲਈ ਪ੍ਰੇਅਰ ਕਰਦੇ ਆ, ਤੁਹਾਡੀ ਬਿਮਾਰੀ ਦੂਰ ਹੋ ਜੂ। ਇਹ ਸਿੰਪਲੀ ਐਕਸਪਲੋਇਟੇਸ਼ਨ ਹੈਗੀ। ਅਸੀਂ ਚਲੋ ਨਹੀਂ ਸੁਣੋ, ਧਰਮ ਪਰਿਵਰਤਨ ਤੁਸੀਂ ਕਹਿ ਰਹੇ ਦੂਜਾ ਮੁੱਦਾ ਹੈ, ਪਰ ਢਿੱਲੋਂ ਸਾਹਿਬ ਇੱਥੇ ਨਾਲ ਹੈ ਕਿ ਧਰਮ ਦੇ ਤੌਰ ਤੇ ਜਿਸ ਤਰੀਕੇ ਨਾਲ ਬਦਲੀ ਕੀਤੀ ਜਾ ਰਹੀ ਹੈ, ਜਾਂ ਲੱਗਦਾ ਆ ਵੀ ਉਹ ਜ਼ਿਆਦਾ ਆਬਾਦੀ ਨੂੰ ਫਰਕ ਪਾ ਰਿਹਾ ਆ? ਨਹੀਂ, ਦੇਖੋ ਬਹੁਤ ਫੈਕਟਰਸ ਹੈਗੇ ਆ ਜੀ। ਇਸੇ ਤਰੀਕੇ ਨਾਲ ਸਾਡੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹ ਕੋਈ ਇਸ ਕਿਸਮ ਦਾ ਵਧੀਆ ਪ੍ਰਚਾਰ ਨਹੀਂ ਕਰ ਰਹੀ ਜਿਹਦੇ ਨਾਲ ਸਿੱਖ ਮਤਲਬ ਧਰਮ ਦੇ ਨਾਲ ਜੁੜੇ ਰਹਿਣ ਔਰ ਦੂਸਰੇ ਲੋਕ ਸਿੱਖੀਜ਼ਮ ਨੂੰ ਅਡਾਪਟ ਕਰਨ। ਉਸ ਤੋਂ ਇਲਾਵਾ ਡਰੱਗਿਜ਼ਮ ਇੱਕ ਬਹੁਤ ਬੜਾ ਫੈਕਟਰ ਹੈ। ਜਿਹੜੇ ਬੱਚੇ ਡਰੱਗਿਜ਼ਮ ਦੇ ਵਿੱਚ ਪੈ ਜਾਂਦੇ ਆ, ਉਹ ਆਲਮੋਸਟ ਇੰਪੋਰਟੈਂਟ ਹੋ ਜਾਂਦੇ ਆ। ਚਾਹੇ ਹੁਣ ਅੱਜ ਕੱਲ੍ਹ ਤਾਂ ਜੋ ਮੈਂ ਅਖਬਾਰਾਂ 'ਚ ਪੜ੍ਹ ਰਿਹਾ ਜਾਂ ਸੁਣ ਰਿਹਾ, ਕੁੜੀਆਂ ਵੀ ਵਿਚਾਰੀਆਂ ਡਰੱਗਿਜ਼ਮ 'ਚ ਪਈਆਂ ਵੀ ਆ। ਉਹ ਕੁੜੀਆਂ ਜਿਹੜੀਆਂ ਡਰੱਗਿਜ਼ਮ 'ਚ ਪਈਆਂ ਵੀ ਆ, ਉਹ ਦੇ ਕੈਨ ਨਾਟ ਪ੍ਰੋਡਿਊਸ ਚਿਲਡਰਨ, ਉਹ ਬੱਚੇ ਪੈਦਾ ਨਹੀਂ ਵਿਚਾਰੀਆਂ ਕਰ ਸਕਦੀਆਂ। ਕਿਵੇਂ? ਹੁਣ ਚਾਹੇ ਮੁੰਡਾ ਚਾਹੇ ਕੁੜੀ ਆ, ਤਾਂ ਉਹ ਵਿਚਾਰਾ ਡਰੱਗ ਖਾ ਕੇ ਲਿਟ ਜਾਏਗਾ ਕਮਰੇ ਦੇ ਵਿੱਚ ਜਾਂ ਮੰਜੇ ਦੇ ਉੱਤੇ ਪਿਆ ਰਹੂਗਾ। ਜਦੋਂ ਉਹਨੂੰ ਸੁਰਤ ਆਊ ਫਿਰ ਉਹ ਇੰਜੈਕਸ਼ਨ ਲਾ ਲੂ ਜਾਂ ਡਰੱਗ ਖਾ ਲੂਗਾ, ਤਾਂ ਉਹ ਬੱਚੇ ਕਿਸ ਤਰ੍ਹਾਂ ਪੈਦਾ ਕਰੂਗਾ? ਜਿਹੜੀ ਸੈਕਸ਼ੂਅਲ ਮਤਲਬ ਜੋ ਵੀ ਰੀਪਰੋਡਕਸ਼ਨ ਹੈਗੀ ਆ, ਸਮਰੱਥਾ ਹੈਗੀ ਆ, ਪ੍ਰੋਡਕਟਿਵਿਟੀ ਹੈਗੀ ਆ, ਉਸ ਦੇ ਲਈ ਵੀ ਤਾਂ ਐਨਰਜੀ ਤੁਹਾਨੂੰ ਜ਼ਰੂਰੀ ਆ ਨਾ। ਜੇ ਤੁਸੀਂ ਤੁਹਾਡੇ 'ਚ ਉਹ ਐਨਰਜੀ ਨਹੀਂ, ਇਨਰਸ਼ੀਆ ਨਹੀਂ, ਉਸ ਕਿਸਮ ਦੀ ਪੋਟੈਂਸ਼ੀਅਲ ਨਹੀਂ, ਤਾਂ ਤੁਸੀਂ ਕਿਸ ਤਰੀਕੇ ਨਾਲ ਬੱਚੇ ਪੈਦਾ ਕਰੋਗੇ? ਸਭ ਇੱਥੇ ਇੱਕ ਚੀਜ਼ ਹੋ ਰਿਹਾ ਹੈ, ਇੱਕ ਬਿਆਨ ਪਹਿਲਾਂ ਜਿਹੜੇ ਦਿੱਤੇ ਜਾਂਦੇ ਹੁੰਦੇ ਸੀ ਵੀ ਹਮ ਦੋ ਹਮਾਰੇ ਦੋ, ਇੱਕ ਉਹ ਬਿਆਨ ਸੀ, ਉਹ ਬੇਸ਼ੱਕ ਅਸੀਂ ਕਹਿ ਸਕਦੇ ਆਬਾਦੀ ਨੂੰ ਕੰਟਰੋਲ ਕਰਨ ਦੀਆਂ ਗੱਲਾਂ ਸੀ, ਉਦੋਂ ਕੀਤਾ ਗਿਆ, ਪਰ ਉਦੋਂ ਬਾਅਦ ਦੋਵਾਂ ਤੋਂ ਬਾਅਦ ਇੱਕ ਹੀ ਰਹਿ ਗਿਆ, ਹਮ ਦੋ ਹਮਾਰਾ ਇੱਕ। ਹੁਣ ਤਾਂ ਇੱਕ ਵੀ ਨਹੀਂ ਹਾਂ, ਉਹ ਚੀਜ਼ਾਂ ਵੀ ਕਿਤੇ ਨਾ ਕਿਤੇ ਇਫੈਕਟ ਕਰਦੀਆਂ ਨੇ, ਆਬਾਦੀ ਘਟਣ ਦਾ ਕਾਰਨ ਵੀ ਨਹੀਂ। ਦੇਖੋ, ਆਬਾਦੀ ਘਟਣ ਦਾ ਸਿੱਖਾਂ ਦੀ ਖਾਸ ਤੌਰ ਤੇ, ਸਿੱਖ ਤਾਂ ਬਹੁਤ ਸਿੱਖਾਂ ਦੇ ਕੋਲ ਬਹੁਤ ਪੋਟੈਂਸ਼ੀਅਲ ਸੀ, ਪੋਟੈਂਸੀ ਬਹੁਤ ਸੀ, ਚੰਗੀਆਂ ਖੁਰਾਕਾਂ ਸੀ, ਸਿੰਪਲ ਜੀਵਨ ਸੀ। ਪਿੰਡਾਂ ਦੇ ਵਿੱਚ ਜੋ ਮੈਂ ਪਿੰਡਾਂ ਦੇ ਵਿੱਚ ਰਿਹਾ, ਬਚਪਨ ਮੇਰਾ ਪਿੰਡਾਂ 'ਚ ਗੁਜ਼ਰਿਆ, ਉਸ ਦੇ ਵਿੱਚ ਦੇਸੀ ਘਿਓ ਖਾਣਾ, ਦੁੱਧ ਪੀਣਾ, ਬੜੇ ਮਤਲਬ ਕਬੱਡੀ ਖੇਲਣੀ, ਹੋਰ ਇਸ ਕਿਸਮ ਦੀਆਂ ਚੀਜ਼ਾਂ ਦੇ ਵਿੱਚ ਤੁਸੀਂ ਤੁਹਾਡੀ ਸਾਗ ਖਾਣਾ। ਸਾਗ ਬਹੁਤ ਵਧੀਆ ਐਨਰਜੀ ਦਾ ਇੱਕ ਸੋਰਸ ਹੈਗਾ, ਸਮਝੇ ਕਿ ਨਹੀਂ। ਮੱਕੀ ਦੀ ਰੋਟੀ ਖਾਣੀ, ਸਾਫ਼ ਸੁਥਰਾ ਮਤਲਬ ਖਾਣਾ ਪੀਣਾ, ਸਾਫ਼ ਸੁਥਰਾ ਤੁਹਾਡਾ ਜੀਵਨ ਰਹਿਣਾ। ਅੱਜ ਕੀ ਹੋ ਰਿਹਾ? ਅੱਜ ਤੁਸੀਂ ਨਾ ਇੱਧਰ ਦੇ ਰਹੇ ਨਾ ਉੱਧਰ ਦੇ ਰਹੇ, ਡਰੱਗਿਜ਼ਮ 'ਚ ਪੈ ਗਏ, ਤੁਸੀਂ ਖੁਰਾਕ ਖਾ ਹੀ ਨਹੀਂ ਸਕਦੇ, ਸਮਝੇ ਕਿ ਨਹੀਂ। ਇਹ ਇੱਕ ਬਹੁਤ ਬੜਾ ਸੀਰੀਅਸ ਮਸਲਾ, ਔਰ ਇਸ ਮਸਲੇ ਨੂੰ ਜਿਹੜੇ ਪੰਜਾਬ ਦੇ ਚਿੰਤਕ ਹੈਗੇ ਆ, ਸੋ ਕਾਲਡ ਜਿਹੜੇ ਆਪਣੇ ਆਪ ਨੂੰ ਲੀਡਰ ਕਹਾਉਂਦੇ ਆ ਜਾਂ ਪਾਰਟੀਆਂ ਜਿਨ੍ਹਾਂ ਦੀ, ਉਹ ਤਾਂ ਇਸ ਗੱਲ ਲਈ ਕੰਸਰਨ ਹੀ ਨਹੀਂ ਫੀਲ ਕਰਦੇ। ਜਿੰਨੇ ਪੰਜਾਬ ਦੇ ਲੀਡਰ ਆ, ਅਨਫੋਰਚੂਨੇਟਲੀ ਉਹਨਾਂ ਨੂੰ ਇੱਕੋ ਹੀ ਚੀਜ਼ ਹੋੜ ਲੱਗੀ ਵੀ ਆ ਕਿ ਅਸੀਂ ਪੋਲੀਟੀਕਲ ਪਾਵਰ ਕੈਪਚਰ ਕਰ ਲਈਏ। ਤੌਰ ਤੇ ਅਸੀਂ ਕਹਿ ਦਈਏ ਵੀ ਖਾਣਾ ਪਾਣੀ ਸਾਡਾ ਬਦਲ ਗਿਆ, ਸਾਡਾ ਪੱਛਮੀ ਸੱਭਿਅਤਾ ਨਾਲ ਜਿਹੜਾ ਕਿ ਸਾਡਾ ਕਲਚਰ ਸੱਭਿਅਤਾ ਸਾਡੀ ਬਦਲੀ ਆ, ਉਹਨੇ ਸਿੱਖਾਂ ਦੇ ਵਿੱਚ ਬੱਚੇ ਪੈਦਾ ਕਰਨ ਦੀ ਸਮਰੱਥਾ ਘਟਾਤੀ, ਖਤਮ ਕਰਤੀ। ਉਹ ਗੱਲ ਪੋਟੈਂਸ਼ੀਅਲ ਹੀ ਖਤਮ ਕਰ ਦਿੱਤਾ। ਐਨਰਜੀ ਨਹੀਂ, ਜਦੋਂ ਤੁਹਾਡੇ 'ਚ ਖੁਰਾਕ ਨਹੀਂ ਤੁਸੀਂ ਖਾ ਰਹੇ ਪ੍ਰੋਪਰਲੀ, ਡਰੱਗ ਹੀ ਖਾਈ ਜਾਂਦੇ ਹੋ, ਡਰੱਗ ਹੀ ਖਾਈ ਜਾਂਦੇ ਹੋ, ਪਏ ਰਹੇ। ਔਰ ਕਿੰਨੀ ਤਰਾਸਦੀ ਆ, ਕਿੱਡੀ ਵੱਡੀ ਟ੍ਰੈਜਡੀ ਆ ਕਿ ਮਾਵਾਂ ਦੇ ਪੁੱਤ ਮਤਲਬ ਉਹਨਾਂ ਦੇ ਹੱਥਾਂ ਵਿੱਚੋਂ ਜਾਂਦੇ ਔਰ ਉਹ ਤੜਫ ਕੇ ਮਰ ਰਹੇ ਆ। ਕੋਈ ਬੰਦਾ ਇਸ ਗੱਲ ਦੀ ਮਤਲਬ ਰੁਕਾਵਟ ਕਰਨ ਦੇ ਲਈ ਕੋਸ਼ਿਸ਼ ਨਾ, ਸਰਕਾਰ ਨਾਕਾਮ ਆ ਟੋਟਲੀ। ਸਰਕਾਰ ਦੇ ਮੈਂ ਪੁਲਿਸ ਦੇ ਦੇਖਦਾ ਆਫੀਸਰ
ਜਾਂ ਆਫੀਸ਼ੀਅਲਸ ਉਹ ਸੜਕਾਂ ਦੇ ਉੱਤੇ ਡਰੱਗ ਖਾ ਕੇ ਲਿਟਦੇ ਆ, ਉਹਨਾਂ ਦੀ ਡਰੱਗ ਦੇ ਵਿੱਚ ਇਨਵੋਲਵਮੈਂਟ ਆ। ਪਹਿਲਾਂ ਮਤਲਬ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ, ਇਹਨੂੰ ਪਹਿਲਾਂ ਆਪਣੇ ਪੁਲਿਸ ਦਾ ਤਾਂ ਸੁਧਾਰ ਕਰ ਲਵੇ। ਜੇ ਪੁਲਿਸ ਦੇ ਵਿੱਚ ਹੀ ਇਹ ਚੀਜ਼ ਇਰੈਡੀਕੇਟ ਹੋਏਗੀ ਤਾਂ ਹੀ ਉਹ ਦੂਸਰੇ ਪਾਸੇ ਕਰ ਸਕਦੇ। ਔਰ ਉਹਦੇ ਵਿੱਚ ਜਿਹੜੀ ਪੁਲਿਸ ਦੀ ਵੀ ਮੋਟੀਵੇਸ਼ਨ ਚਾਹੀਦੀ। ਇੱਕ ਤਾਂ ਹੈਗੀ ਸਰਕਾਰੀ ਜ਼ਿੰਮੇਵਾਰੀ, ਇੱਕ ਤੁਹਾਡਾ ਮਤਲਬ ਪੁਲਿਸ ਕਮਿਟਮੈਂਟ ਟੂ ਦੀ ਪੀਪਲ ਆਫ ਪੰਜਾਬ। ਨਹੀਂ, ਆਪਣੇ ਲੋਕਾਂ ਨੂੰ ਕਿਸ ਤਰੀਕੇ ਨਾਲ ਤੁਸੀਂ ਸੇਫਗਾਰਡ ਕਰਨਾ। ਸੋ ਇਹ ਤਾਂ ਮਤਲਬ ਇਸ ਕਿਸਮ ਦੀ ਸਿਚੁਏਸ਼ਨ ਇਸ ਵੇਲੇ ਪੰਜਾਬ ਦੀ ਹੈ ਜਿਹੜੀ ਬੜੀ ਚਿੰਤਾ ਵਾਲੀ ਹੈ, ਬੜੀ ਫਿਕਰ ਵਾਲੀ ਹੈ। ਔਰ ਲਾਲਪੁਰਾ ਸਾਹਿਬ ਨੂੰ ਵੀ ਸਟੇਟਮੈਂਟ ਦੇਣ ਨਾਲ ਤਾਂ ਨਹੀਂ ਗੱਲ ਬਣਦੀ। ਜੇ ਤੁਸੀਂ ਉੱਥੇ ਦੀ ਮਤਲਬ ਵੱਡੀ ਪਾਰਟੀ ਦੀ ਵਰਕਿੰਗ ਕਮੇਟੀ ਦੇ ਮੈਂਬਰ ਹੋ, ਐਗਜ਼ੈਕਟਿਵ ਦੇ ਮੈਂਬਰ ਹੋ, ਤਾਂ ਤੁਸੀਂ ਉੱਥੋਂ ਕੋਈ ਐਕਸ਼ਨ ਲੈ ਕੇ ਆਓ, ਤਾਂ ਕੋਈ ਨਾ ਕੋਈ ਤੁਸੀਂ ਇਸ ਦਾ ਮਤਲਬ ਕੋਈ ਨਾ ਕੋਈ ਸੋਲਿਊਸ਼ਨ ਤੁਸੀਂ ਦੱਸੋ ਪੰਜਾਬ। ਇਸ ਬਿਆਨ ਦਾ ਤੁਸੀਂ ਕਿਵੇਂ ਦੇਖਿਆ ਢਿੱਲੋਂ ਸਾਹਿਬ, ਇਸ ਬਿਆਨ ਨੂੰ ਜੇਕਰ ਸਿਆਸਤ ਦੀ ਨਜ਼ਰੀਏ ਨਾਲ ਦੇਖਣਾ ਆ, ਤੁਸੀਂ ਇਹਦੇ ਪਿੱਛੇ ਕੀ ਦੇਖਦੇ ਹੋ? ਸ਼ਰਾਰਤਕੁਨ ਬਿਆਨ ਹੈ। ਠੀਕ ਹੈ। It is totally mischievous statement of Mr. ਲਾਲਪੁਰਾ। ਜਾਂ ਤਾਂ ਤੂੰ ਦੱਸ ਵੀ ਮੈਂ ਆਹ ਸੋਲਿਊਸ਼ਨ ਕਰ ਰਿਹਾ ਬਤੌਰ ਮਿਨੋਰਟੀ ਕਮਿਸ਼ਨ ਦੇ ਚੇਅਰਮੈਨ ਦੇ ਤੌਰ ਤੇ, ਵੀ ਆਹ ਅਸੀਂ ਤੁਹਾਨੂੰ ਸੋਲਿਊਸ਼ਨ ਦੇ ਰਹੇ, ਆਹ ਤੁਹਾਨੂੰ ਅਸੀਂ ਇੰਪਲੋਇਮੈਂਟ ਦੇ ਰਹੇ ਹਾਂ ਪੰਜਾਬ ਦੇ ਵਿੱਚ, ਆਹ ਤੁਹਾਨੂੰ ਇੰਪਲੋਇਮੈਂਟ ਅਸੀਂ ਆਰਮੀ 'ਚ ਜਾਂ ਹੋਰ ਪੈਰਾਮਿਲਟਰੀ ਫੋਰਸਿਸ ਜਿਸ ਤਰ੍ਹਾਂ ਸਾਡੇ ਬੱਚੇ ਜਾਂਦੇ ਆ, ਉਹ ਤਾਂ ਨਾ ਤਾਂ ਭਗਵੰਤ ਮਾਨ ਦੇ ਰਿਹਾ। ਭਗਵੰਤ ਮਾਨ ਤਾਂ ਟੋਟਲੀ ਮਤਲਬ ਆਪਣੇ ਹਥਿਆਰ ਸਿੱਟੀ ਬੈਠਾ ਕੇਜਰੀਵਾਲ ਦੇ। ਅਤੇ ਦੂਸਰੇ ਪਾਸੇ ਹੁਣ ਉਹ ਕਿੰਨੇ ਦਿਨਾਂ ਤੋਂ 20 25 30 ਦਿਨਾਂ ਤੋਂ ਗੁਜਰਾਤ ਦੇ ਵਿੱਚ ਹੀ ਉਹਨੂੰ ਫਿਕਰ ਆ। ਉਹਨੂੰ ਕੋਈ ਫਿਕਰ ਨਹੀਂ ਇਹਨਾਂ ਗੱਲਾਂ ਦਾ। ਹੀ ਸ਼ੁੱਡ ਹੈਵ ਰਿਐਕਟਡ ਟੂ ਦਿਸ ਸਟੇਟਮੈਂਟ। ਉਹਦੀ ਜ਼ਿੰਮੇਵਾਰੀ ਹੈ, ਉਹਦੀ ਰਿਸਪੋਂਸੀਬਿਲਿਟੀ ਹੈ ਬਤੌਰ ਚੀਫ ਮਿਨਿਸਟਰ। ਉਹਨੂੰ ਬਤੌਰ ਚੀਫ ਮਿਨਿਸਟਰ ਇਸ ਦਾ ਜਵਾਬ ਦੇਣਾ ਚਾਹੀਦਾ ਸੀ। ਇਹ ਬੜੀ ਚਿੰਤਾ ਵਾਲੀ ਮਤਲਬ ਗੱਲ ਹੈ। ਖੈਰ ਉਹ ਤਾਂ ਆਪਣੇ ਆਪ ਨੂੰ ਸਿੱਖ ਕਹਿੰਦਾ ਹੀ ਨਹੀਂ, ਨਾ ਉਹ ਆਪਣੇ ਨਾਲ ਸਿੰਘ ਲਿਖਦਾ, ਭਗਵੰਤ ਮਾਨ ਹੀ ਹੈ। ਭਗਵੰਤ ਮਾਨ ਇਹ ਸਿੰਘ ਤਾਂ ਉਹਦੇ 'ਚ ਮਾਈਨਸ ਹੈਗਾ। ਤੋ ਮੇਰਾ ਮਤਲਬ ਕਹਿਣ ਦਾ ਇਹ ਆ, ਇੱਕ ਬੜੀ ਚਿੰਤਾ ਅਤੇ ਫਿਕਰ ਵਾਲੀ ਗੱਲ ਹੈ ਕਿ ਸਾਡੀ ਆਬਾਦੀ ਕਿਉਂ ਘਟ ਰਹੀ ਹੈ, ਜਦ ਕਿ ਦੂਸਰਿਆਂ ਦੀ ਆਬਾਦੀ ਵੱਧ ਰਹੀ ਹੈ। ਮੁਸਲਮਾਨਾਂ ਦੀ ਆਬਾਦੀ ਵੱਧ ਰਹੀ ਹੈ, ਕ੍ਰਿਸਚਨਸ ਦੀ ਆਬਾਦੀ ਵੱਧ ਰਹੀ ਹੈ, ਇਸੇ ਤਰੀਕੇ ਹਿੰਦੂਆਂ ਦੀ ਆਬਾਦੀ ਵੱਧ ਰਹੀ ਹੈ। ਤੋ ਸਿੱਖ ਤਾਂ ਬੜੇ ਫਿਜ਼ੀਕਲੀ ਤਕੜੇ ਸੀ। ਅਸੀਂ ਮੰਨ ਲਈਏ ਸਿੱਧੇ ਤੌਰ ਤੇ ਮੈਂ ਇੱਕ ਸਵਾਲ ਯਹੂਦੀਆਂ ਵੱਲ ਲੈ ਕੇ ਜਾਊਂਗਾ। ਯਹੂਦੀਆਂ ਦੇ ਨਾਲ ਜਦੋਂ ਅਜਿਹਾ ਕੁਝ ਕੀਤਾ ਗਿਆ, ਜੋ ਵਰਤਾਰੇ ਹੋਏ, ਤਾਂ ਯਹੂਦੀਆਂ ਨੇ ਆਪਦੇ ਆਪ ਨੂੰ ਮਜ਼ਬੂਤ ਕਰਨ ਦੇ ਨਾਲ ਆਪਣੀ ਆਬਾਦੀ ਨੂੰ ਵੀ ਵਧਾਇਆ, ਕਿਤੇ ਕੌਮ ਮਤਲਬ ਕਿ ਖਤਮ ਨਾ ਹੋ ਜੇ। ਸਿੱਖਾਂ ਦੀ ਨਸਲਕੁਸ਼ੀ ਇੱਕ ਸ਼ਬਦ ਜੀ ਨਹੀਂ, ਉਸ ਤੋਂ ਬਾਅਦ ਤਾਂ ਲੱਗ ਲਈਏ ਬਈ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਉਹ ਨਸਲਕੁਸ਼ੀ ਜਿਹੜੀ 84 'ਚ ਹੋਈ ਹੈ, ਉਦੋਂ ਸਰਕਾਰਾਂ ਸਿੱਧੇ ਤੌਰ ਤੇ ਕਾਮਯਾਬ ਨਹੀਂ ਹੋਈਆਂ, ਜਾਂ ਸਾਜ਼ਿਸ਼ਾਂ ਜਿਹੜੀਆਂ ਕੀਤੀਆਂ ਗਈਆਂ ਉਹ ਕਾਮਯਾਬ ਨਹੀਂ ਹੋਈਆਂ, ਤਾਂ ਹੁਣ ਡਰੱਗਸ ਜਾਂ ਹੋਰ ਤਰੀਕੇ ਲੱਭ ਲਏ ਗਏ। ਦੇਖੋ, ਇਹ ਸਾਰੀ ਚੀਜ਼ ਇਸ ਵੈਰੀ ਬਿਗ ਕਨਸਪੀਰੇਸੀ, ਔਰ ਜਿਸ ਕਨਸਪੀਰੇਸੀ ਦੇ ਵਿੱਚ ਇਨਵੋਲਵਮੈਂਟ ਹੈ ਇੰਡੀਅਨ ਸਟੇਟ ਦੀ, ਕਿਸ ਤਰੀਕੇ ਦੇ ਨਾਲ ਅਸੀਮੀਲੇਸ਼ਨ ਤੇ ਐਨੀਲੇਸ਼ਨ, ਠੀਕ ਹੈ, ਉਹਨਾਂ ਨੂੰ ਜਜ਼ਬ ਕਰਨਾ। ਆਪਣੇ ਮੇਨ ਸਟਰੀਮ ਜਿਹੜੀ ਹਿੰਦੂਇਜ਼ਮ ਹੈ, ਉਸ ਤੋਂ ਬਾਅਦ ਜੇ ਜਜ਼ਬ ਨਹੀਂ ਹੁੰਦੇ ਤਾਂ ਉਹਨਾਂ ਨੂੰ ਖਤਮ ਕਰ ਦੇਣਾ। ਖਤਮ ਤੁਸੀਂ ਕਿਸ ਤਰ੍ਹਾਂ ਕਰ ਸਕਦੇ? ਇਹੀ ਐਗਜ਼ੈਕਟਲੀ ਹਾਲਤ ਹੈ ਰੈੱਡ ਇੰਡੀਅਨਸ, ਇਹੀ ਹਾਲਤ ਹੈ ਐਬੋਰੀਜਨਸ ਦੀ, ਜਿਹੜੇ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਵਿੱਚ ਵਿਚਾਰੇ ਜਿਹੜੇ ਧਰਤੀ ਦੇ ਮਾਲਕ ਸੀ, ਜਿਨ੍ਹਾਂ ਨੂੰ ਕੋਹ ਕੇ ਮਾਰਿਆ ਗਿਆ ਗੋਲੀਆਂ ਦੇ ਨਾਲ, ਉਹਨਾਂ ਦਾ ਸ਼ਿਕਾਰ ਖੇਡਿਆ ਗਿਆ ਜਿਸ ਤਰ੍ਹਾਂ ਜਾਨਵਰਾਂ ਦਾ ਸ਼ਿਕਾਰ ਜੰਗਲਾਂ ਦੇ ਵਿੱਚ ਆਦਮੀ ਖੇਡਦਾ ਹੈਗਾ। ਤੋ ਅੱਜ ਸਿੱਖਾਂ ਦਾ ਸ਼ਿਕਾਰ ਖੇਡਿਆ ਗਿਆ, ਜਿਹੜਾ ਮਤਲਬ 1984 ਦਾ ਜੋ ਵੀ ਵਰਤਾਰਾ ਹੈ, ਉਹਦੇ ਵਿੱਚ ਤੁਸੀਂ ਕਿਸ ਤਰੀਕੇ ਨਾਲ ਖੁੱਲ੍ਹ ਦੇਤੀ। ਆਹ ਜਿਹੜਾ ਸੁਮੇਧ ਸਿੰਘ ਸੈਣੀ ਨੂੰ ਕਿਸ ਤਰੀਕੇ ਨਾਲ ਤੁਸੀਂ KPS ਨੂੰ ਜਿਹੜਾ ਬੁੱਚੜ ਹੈ, ਇਸੇ ਤਰੀਕੇ ਨਾਲ ਬਿਆਸ ਸਿੰਘ ਜਿਹੜਾ ਬੁੱਚੜ ਹੈ, ਸਮਝੇ ਕਿ ਨਹੀਂ? ਤੋ ਕਿਸ ਤਰੀਕੇ ਨਾਲ ਬੁੱਚੜੀ ਕੀਤੀ ਹੈ, ਤਾਂ ਕੌਣ ਬੰਦਾ ਅੱਗੇ ਆਏਗਾ ਜੇ ਲਾਲੈਸ ਲਾਅ ਪ੍ਰਵੇਲ ਕੀਤਾ ਪੰਜਾਬ ਦੇ ਵਿੱਚ? ਰੂਥਲੈਸਨੈਸ, ਬਰੂਟਲ ਕਿਲਿੰਗ ਆਫ ਦੀ ਸਿੱਖ ਯੂਥ, ਸਮਝੇ ਕਿ ਨਹੀਂ? ਕਿਸ ਤਰੀਕੇ ਦੇ ਨਾਲ ਅੰਮ੍ਰਿਤਧਾਰੀ ਸਿੱਖਾਂ ਤੇ ਜਿਹੜੀ ਬਾਤਚੀਤ ਦੀ ਇੱਕ ਸਟੇਟਮੈਂਟ ਜਿਹੜੀ ਦਿੱਤੀ ਸੀਗੀ, ਉਸ ਦੇ ਵਿੱਚ ਉਹਨਾਂ ਨੇ ਕਿਹਾ ਸਭ ਤੋਂ ਜ਼ਿਆਦਾ ਖਤਰਨਾਕ ਅੰਮ੍ਰਿਤਧਾਰੀ ਸਿੱਖ ਹੈ ਪੰਜਾਬ ਦੇ ਵਿੱਚ। ਤੋ ਇਹ ਸਿੱਧੀ ਮਤਲਬ ਨਸਲਕੁਸ਼ੀ ਹੈ। ਨਸਲਕੁਸ਼ੀ ਕੀਤੀ ਗਈ, ਓਪਨਲੀ ਵੀ ਕੀਤੀ ਗਈ। ਨਵੰਬਰ ਦੇ ਵਿੱਚ ਸਾਰੇ ਹਿੰਦੁਸਤਾਨ ਤੇ ਦਿੱਲੀ ਦੇ ਵਿੱਚ ਕੀ ਹੋਇਆ? ਪੰਜਾਬ ਦੇ ਵਿੱਚ KPS ਗਿੱਲ ਨੂੰ ਖੁੱਲ੍ਹ ਦਿੱਤੀ ਗਈ। ਹੀ ਵਾਜ਼ ਅ ਲਾਅ ਅਨਟੂ ਹਿਮਸੈਲਫ। ਉਹ ਆਪਣੇ ਆਪ ਦੇ ਵਿੱਚ ਹੀ ਕਾਨੂੰਨ ਸੀ। ਕੋਈ ਉੱਥੇ ਜੁਡੀਸ਼ਰੀ ਨਹੀਂ ਕੰਮ ਕੀਤੀ, ਕੋਈ ਉੱਥੇ ਹੋਰ ਸਿਵਲ ਲਾ ਨਹੀਂ ਕੰਮ ਕੀਤਾ, ਕੋਈ ਕਨਸਟੀਟਿਊਸ਼ਨ ਨਹੀਂ ਕੰਮ ਕੀਤਾ। ਕਿਸ ਕਿਸਮ ਦੇ ਰੂਥਲੈਸ ਬਰੂਟਲ ਲਾਸ, ਇਨਹਿਊਮਨ ਲਾਸ ਲੈ ਕੇ ਆਏ ਉਹ, ਟਾਡਾ ਦਿਸ ਐਂਡ ਦੈਟ, ਸਮਝੇ ਕਿ ਨਹੀਂ? ਹੁਣ ਵੀ UPA ਸਾਡੇ ਜਿਹੜੇ ਬੰਦੇ ਆ ਕੈਦੀ, ਉਹ ਜੇਲ੍ਹਾਂ 'ਚ ਬੈਠੇ ਆ। ਆਪਣੀਆਂ ਜੋ ਜੁਡੀਸ਼ਰੀ ਨੇ ਉਹਨਾਂ ਨੂੰ ਪਨਿਸ਼ਮੈਂਟ ਦਿੱਤੀ ਸੀਗੀ,
ਉਹਨਾਂ ਨੂੰ ਮਤਲਬ ਉਹ ਵਿਚਾਰੇ ਭੋਗ ਕੇ ਉਸ ਤੋਂ ਬਾਅਦ 30 ਸਾਲ ਹੋ ਗਏ ਵਿਚਾਰਿਆਂ ਨੂੰ ਅੰਦਰ ਬੈਠਿਆਂ ਨੂੰ। ਕੀ ਤੁਸੀਂ ਮੈਸੇਜ ਦੇ ਰਹੇ ਹੋ? ਲਾਲਪੁਰਾ ਸਾਹਿਬ ਜਵਾਬ ਦਿਓ। ਲਾਲਪੁਰਾ ਸਾਹਿਬ ਦੀ ਗੱਲ ਕਰ ਲਈ, ਪਰ ਜਦੋਂ ਅਸੀਂ ਸਿੱਖਾਂ ਦੀ ਗੱਲ ਕਰਦੇ ਹਾਂ ਤਾਂ ਸਿੱਖਾਂ ਨੂੰ 2% ਕਹਿ ਕੇ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਜਿੰਨਾ ਟੈਕਸ ਇਹ ਪੇ ਕਰਦੇ ਆ ਉਹਨਾਂ ਕੋਈ ਕਰਦਾ ਨਹੀਂ, ਇਹ ਜਿਹਾ ਕੁਝ ਆਬਾਦੀ ਦੇ ਤੌਰ ਤੇ, ਕੌਮ ਦੇ ਤੌਰ ਤੇ। ਫਿਰ ਇਹ ਕਿਹਾ ਜਾਂਦਾ ਹੈ ਕਿ ਆਕਸੀਜਨ ਦਾ ਲੰਗਰ ਇਹ ਲਾਉਂਦੇ ਨੇ। ਇਹ ਕਿਹਾ ਜਾਂਦਾ ਹੈ ਕਿ ਜਿੱਥੇ ਲੋੜ ਪੈਂਦੀ ਆ ਗੋਲੀਆਂ ਵਰਦੀਆਂ ਹੁਣ ਇਹ ਖੜਦੇ ਨੇ। ਫਿਰ ਜੇਕਰ ਅਸੀਂ ਪ੍ਰਧਾਨ ਮੰਤਰੀ ਸਾਹਿਬ ਦੀ ਗੱਲ ਕਰ ਲਈਏ ਤਾਂ ਉਹ ਵੀ ਕਹਿੰਦੇ ਨੇ ਕਿ ਸਿੱਖਾਂ ਦੇ ਗੁਰੂ ਹਿੰਦੀ ਚਾਦਰ ਨੇ, ਤੇ ਜੇ ਸਿੱਖ ਨੇ ਤਾਂ ਅਸੀਂ ਕਹਿ ਦਈਏ ਕਮਿਊਨਿਟੀ ਤੌਰ ਤੇ ਤਾਂ ਬਾਕੀਆਂ ਦੀ ਹੋਂਦ ਵੀ ਨਾਲ ਜੁੜਦੀ ਹੈ। ਪਰ ਜਦੋਂ ਹੁਣ ਸਿੱਖਾਂ ਦੀ ਹੋਂਦ ਪੰਜਾਬ 'ਚ ਹੀ ਘਟਦੀ ਨਜ਼ਰ ਆ ਰਹੀ ਹੈ ਤਾਂ ਬਾਕੀ ਜਿਹੜੀ ਹੋਰ ਹੋਂਦ ਹੈ, ਹੋਰ ਭਾਈਚਾਰਿਆਂ ਦੀ ਹੋਂਦ ਹੈ, ਉਹ ਵੀ ਤਾਂ ਕਿਤੇ ਨਾ ਕਿਤੇ ਖਤਰੇ 'ਚ ਮੰਨ ਲਈਏ। ਨਹੀਂ, ਉਹਦੇ ਵਿੱਚ ਤਾਂ ਦੇਖੋ ਪਾਰਸੀ ਜਿਹੜੇ ਆਲਮੋਸਟ ਖਤਮ ਹੋ ਚੁੱਕੇ ਆ। ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਉਹਨਾਂ ਨੂੰ ਬਚਾਉਣ ਦੇ ਲਈ ਜਿਸ ਤਰ੍ਹਾਂ ਇਸ ਤਰੀਕੇ ਦੇ ਨਾਲ ਬੜੇ ਟਰਾਈਬਲ ਜਿਹੜੀਆਂ ਕਮਿਊਨਿਟੀਜ਼ ਆ ਉਹਨਾਂ ਨੂੰ ਪ੍ਰੋਟੈਕਟ ਕਰਦੇ ਇੰਟਰਨੈਸ਼ਨਲ ਲਾਜ਼ ਹੈਗੇ। ਆਪਣੇ ਵੀ ਜਿਹੜੇ ਹੈਗੇ ਆ, ਦੇਖੋ ਉਧਰ ਬੇ ਆਫ ਬੰਗਾਲ ਦੇ ਵਿੱਚ ਟਾਪੂ ਆ ਜਿੱਥੇ ਕੋਈ ਬੰਦਾ ਐਂਟਰ ਵੀ ਨਹੀਂ ਕਰ ਸਕਦਾ, ਸਮਝੇ ਕਿ ਨਹੀਂ। ਤੋ ਉਹ ਇਸੇ ਤਰੀਕੇ ਦੇ ਨਾਲ ਸਿੱਖਾਂ ਦੀ ਸਿਚੁਏਸ਼ਨ ਇਸ ਵੇਲੇ ਬੜੀ ਫਿਕਰਮੰਦ ਆ। ਮੈਂ ਤੁਹਾਨੂੰ ਦੱਸ ਦਿੰਦਾ 1886 ਦੇ ਵਿੱਚ ਖਾਲਸਾ ਅਖਬਾਰ ਦੇ ਵਿੱਚ ਇੱਕ ਆਰਟੀਕਲ ਆਇਆ ਸੀ, ਜਿਸ ਆਰਟੀਕਲ ਦੇ ਵਿੱਚ ਗਿਆਨੀ ਦਿੱਤ ਸਿੰਘ ਜੀ ਨੇ ਉਹ ਆਰਟੀਕਲ ਲਿਖਿਆ ਸੀਗਾ। ਉਹਨਾਂ ਨੇ ਕਿਹਾ ਵੀ ਅੱਜ ਸਿੱਖਾਂ ਦੀ ਉਹ ਹਾਲਤ ਜਿਸ ਤਰ੍ਹਾਂ ਹੁਣ ਇਸ ਵੇਲੇ ਫਿਕਰ ਵਾਲੀ ਗੱਲ ਹੈ, ਉਸ ਵੇਲੇ ਵੀ ਸਿੱਖਾਂ ਦਾ ਰਾਜ ਸੀ। ਤੁਸੀਂ ਰਾਜ ਤੇ ਬੈਠੇ ਸੀ, ਤੁਸੀਂ ਸੋਨੇ ਚਾਂਦੀ ਹੀਰਿਆਂ ਜਵਾਹਰਾਤਾਂ 'ਚ ਖੇਲਦੇ ਸੀ, ਤੁਸੀਂ ਇੱਕ ਭਿਖਾਰੀ ਬਣ ਗਏ। ਔਰ ਤੁਹਾਡੇ ਨਾਲ ਕਿੱਡੀ ਬੜਾ ਧੋਖਾਧੜੀ ਕੀਤੀ ਅੰਗਰੇਜ਼ਾਂ ਨੇ, ਗੋਰਿਆਂ ਨੇ ਤੁਹਾਡੇ ਤੇ ਕਿੰਨਾ ਜ਼ੁਲਮੋ ਸਿਤਮ ਕੀਤਾ, ਇਤਨਾ ਜ਼ੁਲਮੋ ਸਿਤਮ ਕੀਤਾ ਜਿਹੜਾ ਦੁਨੀਆ 'ਚ ਅਨਪ੍ਰੈਸੀਡੈਂਟਡ ਹੈ। ਕੋਈ ਕਿਲਾ ਰਾਜਸਥਾਨ ਵਿੱਚ ਨਹੀਂ ਢਾਇਆ ਗਿਆ, ਪਰ ਸਾਡੇ ਪੰਜਾਬ ਦੇ ਵਿੱਚ ਕੋਈ ਕਿਲਾ ਛੱਡਿਆ ਨਹੀਂ ਗਿਆ। ਔਰ ਕਿਸ ਤਰੀਕੇ ਹਲੇ ਤੱਕ ਤੁਸੀਂ ਦੇਖੋ ਕਿਹੜਾ ਕਾਨੂੰਨ ਆ, ਕਿਹੜੀ ਸਰਕਾਰ ਆ ਇਸ ਮੁਲਕ ਦੀ। 1984 ਨਵੰਬਰ ਦੇ ਜਿਹੜੇ ਘੱਲੂਘਾਰੇ ਹੋਏ ਆ ਉਹਨਾਂ ਦਾ ਅੱਜ ਤੱਕ ਵੀ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਗਿਆ। ਸਾਨੂੰ ਇਹੀ ਨਹੀਂ ਦੱਸਿਆ ਗਿਆ ਕਿੰਨੇ ਬੰਦੇ ਦਰਬਾਰ ਸਾਹਿਬ ਦੇ ਵਿੱਚ ਮਤਲਬ ਜਿਨ੍ਹਾਂ ਦਾ ਤੁਸੀਂ ਕਤਲੋਗਾਰਤ ਕਰ ਦਿੱਤੀ, ਨੰਬਰ ਨਹੀਂ ਹਲੇ ਤੱਕ ਪਤਾ, ਸੰਖਿਆ ਨਹੀਂ ਜਾਰੀ ਹੋਈ ਹਲੇ ਤੱਕ। ਤੋ ਇਹ ਇੱਕ ਬੜੀ ਵੱਡੀ ਤਰ੍ਹਾਂ ਕਿਸ ਤਰ੍ਹਾਂ ਬੱਚਿਆਂ ਨੂੰ ਮਾਰਿਆ ਗਿਆ ਹਲੇ ਤੱਕ, ਮਤਲਬ ਅਨਆਇਡੈਂਟੀਫਾਈਡ। ਦੇਖੋ ਬੜੀ ਕਮਾਲ ਦੀ ਗੱਲ ਆ, ਬਹੁਤ ਜਰਨਲਿਸਟ ਵੀ ਉਸੇ ਚੀਜ਼ 'ਚ ਪੈ ਗਏ, ਮਾਫ ਕਰਨਾ। ਉਹ ਕੀ ਕਹਿੰਦੇ ਸੀ, ਇੰਨੇ ਅਨਆਇਡੈਂਟੀਫਾਈਡ ਸਿੱਖ ਮਿਲੀਟੈਂਟਸ ਹੈਵ ਬੀਨ ਕਿਲਡ, ਇੰਨੇ ਅਣਪਛਾਤੇ ਸਿੱਖ ਆਤੰਕਵਾਦੀ ਮਾਰੇ ਗਏ। ਮੈਂ ਉਸ ਦੇ ਉੱਤੇ ਆਪਣੀ ਕਿਤਾਬ ਦੇ ਵਿੱਚ ਬੜੇ ਕੁਐਸਚਨ ਰੇਜ਼ ਕੀਤੇ ਸੀ। ਜੇ ਅਨਆਇਡੈਂਟੀਫਾਈਡ ਆ, ਅਣਪਛਾਤੇ ਆ ਤਾਂ ਸਿੱਖ ਕਿਵੇਂ ਹੋ ਗਏ? ਜੇ ਅਣਪਛਾਤੇ ਆ ਤਾਂ ਉਹ ਆਤੰਕਵਾਦੀ ਕਿਵੇਂ ਹੋ ਗਏ? ਪਰ ਇਹ ਹਰ ਰੋਜ਼ ਸਟੇਟਮੈਂਟ ਆਉਂਦੀ ਸੀ ਔਰ ਸਾਰੀ ਜਿਹੜੀ ਜਰਨਲਿਸਟ ਸੀ ਉਸ ਨੂੰ ਕੈਰੀ ਕਰਦੇ ਸੀ ਸਾਰੇ ਅਖਬਾਰਾਂ ਦੇ ਵਿੱਚ। ਤੋ ਜੇ ਕੋਈ ਅਣਪਛਾਤਾ ਹੈ ਤਾਂ ਸਿੱਖ ਤਾਂ ਹੋ ਹੀ ਨਹੀਂ ਸਕਦਾ ਅਣਪਛਾਤਾ। ਅਣਪਛਾਤਾ ਹਾਂ ਜਿਹਦੀ ਪਛਾਣ ਹੀ ਨਹੀਂ, ਉਹ ਫਿਰ ਅੱਤਵਾਦੀ ਜਾਂ ਸਿੱਖ ਕੀ ਹੈ, ਉਹ ਅੱਤਵਾਦੀ ਕਿਵੇਂ ਹੋ ਸਕਦਾ? ਇਸ ਕਿਸਮ ਦੀ ਨੈਰੇਟਿਵ ਦੇ ਨਾਲ ਸਿੱਖਾਂ ਦਾ ਜੈਨੋਸਾਈਡ ਕੀਤਾ ਗਿਆ ਇੰਟੈਂਸ਼ਨਲੀ, ਪਰਪਸਫੁਲੀ। ਔਰ ਉਸ ਦੇ ਵਿੱਚ ਮਾਫ ਕਰਨਾ ਕਾਂਗਰਸ ਵੀ ਗੁਨਾਹਗਾਰ ਹੈ ਔਰ RSS ਤੇ BJP ਵੀ ਗੁਨਾਹਗਾਰ ਹੈ। ਇਹਨਾਂ ਨੇ ਕਦੇ ਇਹ ਇਸ਼ੂ ਹਿਊਮਨ ਰਾਈਟਸ ਵਾਇਲੇਸ਼ਨਸ ਦਾ ਪੰਜਾਬ ਦੇ ਵਿੱਚ ਸਿੱਖਾਂ ਦਾ ਜਾਂ ਪੰਜਾਬ ਤੋਂ ਬਾਹਰ ਸਿੱਖਾਂ ਦਾ ਨਹੀਂ ਉਠਾਇਆ, ਕੋਈ ਇਸ਼ੂ ਨਹੀਂ ਉਠਾਇਆ। ਐਵੇਂ ਕਹਿਣ ਦੀਆਂ ਗੱਲਾਂ ਉਈਓ ਤੁਸੀਂ ਕਹੀ ਜਾਓ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਫਲਾਣਾ ਤੇ ਇਹ ਗੱਲਾਂ ਦਾ ਕੋਈ ਮੁੱਲ। ਆ ਹੁਣ ਕੀ ਕੀਤਾ, 1200 ਕਰੋੜ ਰੁਪਈਆ ਰੋਪਵੇ ਦਾ ਤੁਸੀਂ ਕਿਹਨੂੰ ਦੇ ਰਹੇ ਹੋ? ਕਿਹਨੂੰ ਦੇ ਰਹੇ ਹੋ ਤੁਸੀਂ ਦੱਸੋ? ਉਹਦੀ ਕੋਈ ਹਿਸਟੋਰਿਕ ਸਿੱਖੀ ਦੇ ਨਾਲ ਕੋਈ ਉਹਦੀ ਰਿਲੇਸ਼ਨਸ਼ਿਪ ਹੈ? ਨਹੀਂ ਹੈਗਾ, ਸਮਝੇ ਕਿ ਨਹੀਂ। ਤੋ ਮੇਰਾ ਮਤਲਬ ਕਹਿਣ ਦਾ ਇਹ ਹੈ ਇੱਕ ਸ਼ਰਾਰਤਕੁਨ ਕਨਸਪੀਰੇਸੀ ਹੈਗੀ ਗਵਰਨਮੈਂਟ ਆਫ ਇੰਡੀਆ ਦੀ ਕਿ ਸਿੱਖਾਂ ਨੂੰ ਦਰਬਾਰ ਸਾਹਿਬ ਨਾਲੋਂ ਤੋੜ ਦਿਓ। ਜਿੱਦਣ ਸਿੱਖ ਦਰਬਾਰ ਸਾਹਿਬ ਨਾਲ ਟੁੱਟ ਗਏ, ਇਸੇ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਟੁੱਟ ਗਏ ਤਾਂ ਸਿੱਖੀ ਟੈਟੇਰੀ ਹੋ ਜਾਏਗੀ। ਇਹੀ ਕੋਸ਼ਿਸ਼ ਕੀਤੀ ਗਈ ਹਿੰਦੂ ਅੱਤਵਾਦ ਫੋਰਸਿਸ ਨੇ ਜਦੋਂ ਦੁਰਗਿਆਨਾ ਮੰਦਿਰ ਉਸੇ ਕਿਸਮ ਦੇ ਪੈਟਰਨ ਦੇ ਉੱਤੇ ਜਿਸ ਕਿਸਮ ਦਾ ਦਰਬਾਰ ਸਾਹਿਬ ਆ ਉਸ 'ਤੇ ਉਹਨਾਂ ਨੇ ਨਾਲ ਸ਼ਰੀਕ ਖੜਾ ਕਰਤਾ ਉਹਦਾ, ਸਮਝੇ ਕਿ ਨਹੀਂ। ਤੋ ਇਹ ਹੇਮਕੁੰਟ ਹੁਣ ਹੇਮਕੁੰਟ ਸਾਹਿਬ ਬਣ ਗਿਆ ਜਿਹਦੀ ਕੋਈ ਇਤਿਹਾਸਿਕ ਵੈਲਿਊ ਨਹੀਂ, ਜਿਹਦੀ ਕੋਈ ਆਈਡੀਓਲੋਜੀਕਲ ਵੈਲਿਊ ਨਹੀਂ ਸਿੱਖ ਪੁਆਇੰਟ ਆਫ ਵਿਊ ਤੋਂ। ਉਹਨੂੰ 1200 ਕਰੋੜ ਰੁਪਈਆ ਤੁਸੀਂ ਦੇ ਰਹੇ ਹੋ, ਤੁਸੀਂ ਇੱਕ ਪੈਸਾ ਵੀ ਨਹੀਂ ਦਿੱਤਾ ਦਰਬਾਰ ਸਾਹਿਬ ਦੇ ਲਈ, ਤੁਸੀਂ ਉੱਥੇ ਦਾ ਆਲਾ ਦੁਆਲਾ ਸਾਫ਼ ਹੀ ਨਹੀਂ ਕਰਾਇਆ।
ਸਮਝੇ ਕਿ ਨਹੀਂ। ਲੱਖਾਂ ਬੰਦੇ ਉੱਥੇ ਰੋਜ਼ਾਨਾ ਨਤਮਸਤਕ ਹੁੰਦੇ ਆ। ਉਹ ਸਾਡਾ ਇਤਿਹਾਸ ਦਾ, ਸਾਡੇ ਧਰਮ ਦਾ, ਸਾਡੀ ਸਪਿਰਚੁਅਲਿਟੀ ਦਾ, ਸਾਡੇ ਸਾਰੇ ਕੁਛ ਦਾ, ਸਾਡੀ ਸੋਸ਼ਲ ਲਾਈਫ ਦਾ ਉਹ ਇੱਕ ਐਪੀਸੈਂਟਰ ਹੈ। ਬਿਲਕੁਲ ਸਮਝੇ ਕਿ ਨਹੀਂ। ਉਹ ਸੋਰਸ ਆ ਸਿੱਖੀ ਦੀ ਸਟਰੈਂਥ ਦਾ। ਸਮਝੇ ਕਿ ਨਹੀਂ। ਉਸ ਨੂੰ ਮਿਲੀਆਂ ਮੇਟ ਕਰਨ ਲਈ, ਉਸ ਨੂੰ ਤੋੜਨ ਲਈ ਇੱਕ ਕਨਸਪੀਰੇਸੀ। ਸਭ ਤੋਂ ਵੱਡਾ ਜੇਕਰ ਕਹਿੰਦੇ ਕਿਸੇ ਦੇ ਤੌਰ ਤੇ ਸਿੱਖਾਂ ਦੀ ਜੇ ਇੱਕ ਪਾਰਲੀਮੈਂਟ ਦੀ ਗੱਲ ਕਰ ਰਹੀ ਹਾਂ, ਸਿੱਖ ਭਾਈਚਾਰੇ ਨੂੰ ਸੇਧ ਦੀ ਗੱਲ ਕਰ ਲਈ, ਉੱਥੋਂ ਮਿਲਦੀ ਆ। ਪਰ ਜਿਸ ਜੀ ਜੀ ਇਨਸਪੀਰੇਸ਼ਨ ਮਿਲਦੀ ਆ ਉੱਥੋਂ, ਜਿਹੜੀ ਇੱਕ ਸਿੰਬੋਲਿਕ ਗੱਲ ਆ ਵੀ ਜਿਹੜੇ ਕਾਲੇ ਕਾਂ ਸਫੈਦ ਹੋ ਕੇ ਨਿਕਲਦੇ ਆ, ਇੱਕ ਸਿੰਬੋਲਿਕ ਗੱਲ ਆ। ਉਹ ਉਸੇ ਕਿਸਮ ਦੀ ਉਹ ਸਾਨੂੰ ਇੱਕ ਸਪਿਰਚੁਅਲ ਸਟਰੈਂਥ ਦਿੰਦਾ। ਉਸ ਦੇ ਇੱਕ ਜ਼ਰਰੇ ਜ਼ਰਰੇ ਦੇ ਵਿੱਚ ਸਿੱਖਾਂ ਦੀਆਂ ਸ਼ਹਾਦਤਾਂ ਦਾ ਇਤਿਹਾਸ ਆ। ਸਮਝੇ ਕਿ ਨਹੀਂ। ਉਹਨੂੰ ਇਹ ਨਾ ਸਮਝੋ ਬ੍ਰਿਕ ਐਂਡ ਮੋਰਟਰ ਹੈ। ਉਹ ਬ੍ਰਿਕ ਐਂਡ ਮੋਰਟਰ ਤੋਂ ਉੱਪਰ ਹੈ, ਜਿਸ ਦੇ ਵਿੱਚ ਹਰ ਮਤਲਬ ਪੱਥਰ ਦੇ ਵਿੱਚ ਸਿੱਖਾਂ ਦੀਆਂ ਸ਼ਹਾਦਤਾਂ ਛਿਪੀਆਂ ਹੋਈਆਂ। ਹਰ ਪੱਥਰ ਦੇ ਵਿੱਚ ਸਾਡੀ ਇਤਿਹਾਸ ਛਿਪਿਆ ਹੋਇਆ। ਕਿਸ ਤਰੀਕੇ ਨਾਲ ਸਾਡੇ ਬੜੇ ਵਡੇਰਿਆਂ ਨੇ ਕਿੱਡੀਆਂ ਕਿੱਡੀਆਂ ਸ਼ਹਾਦਤਾਂ ਦਿੱਤੀਆਂ ਤਾਂ ਕਿ ਉਸ ਦੇ ਉੱਤੇ ਆਪਣਾ ਮੋਰਲ, ਸਪਿਰਚੁਅਲ, ਪੋਲੀਟੀਕਲ, ਸੋਸ਼ਲ ਕਲੇਮ ਜਿਹੜਾ ਉਸ ਦੇ ਉੱਤੇ ਅਸੀਂ ਇਹਦੇ ਨਾਲ ਜਿੱਥੋਂ ਜਿਹੜੇ ਕੰਮ ਉਸ ਸਿੱਖਾਂ ਦੀ ਪਾਰਲੀਮੈਂਟ ਤੋਂ ਹੋਣੇ ਚਾਹੀਦੇ ਸੀ ਉਹ ਨਹੀਂ ਹੋਏ। ਤੁਸੀਂ ਆਪ ਜਿਵੇਂ ਸਵਾਲ ਚੱਕਿਆ, ਪਰ ਬੀਤੇ ਕੱਲ ਜਿਹੜਾ ਫੈਸਲਾ ਲਿਆ ਗਿਆ ਸੁੱਚਾ ਸਿੰਘ ਲੰਗਾਹ ਨੂੰ ਲੈ ਕੇ, ਜੋ ਸਜ਼ਾ ਲਾਈ ਗਈ, ਜੋ ਅਸੀਂ ਕਹਿ ਦਈਏ ਕਿ ਮਾਫੀ ਦੇ ਦਿੱਤੀ ਗਈ, ਨਾਲ ਇਹ ਕਹਿ ਦਿੱਤਾ ਗਿਆ ਕਿ ਹੁਣ ਵਰਤਾਰਾ ਹੋ ਸਕਦਾ ਆ ਜਿਸ ਤਰੀਕੇ ਦੇ ਨਾਲ, ਉਹ ਫੈਸਲਾ ਕਿਵੇਂ ਦਾ ਲੱਗਿਆ? ਦੇਖੋ, ਅਨਫੋਰਚੂਨੇਟ, ਬਹੁਤ ਮਤਲਬ ਨਿੰਦਨੀय, ਆਈ ਵੁੱਡ ਸੇ ਕੰਡੈਮਨੇਬਲ। ਇਹੀ ਤਾਂ ਚੀਜ਼ਾਂ ਜਿਹੜੀਆਂ ਸਿੱਖਾਂ ਦਾ ਮੋਰੇਲ ਆ ਜਿਹੜਾ ਉਹ ਨੀਚੇ ਕਰਦੀਆਂ। ਸਿੱਖ ਇੱਕ ਬੜੀ ਕੌਮ ਪੈਦਾ ਕੀਤੀ ਗੁਰੂ ਨਾਨਕ ਦੇਵ ਮਹਾਰਾਜ ਨੇ। ਉਹਨਾਂ ਨੇ ਸਵਾਇਮਾਨ ਦਿੱਤਾ ਸਿੱਖਾਂ ਨੂੰ, ਸੈਲਫ ਐਸਟੀਮ। ਸਮਝੇ ਕਿ ਨਹੀਂ। ਉਹ ਇਸ ਤਰ੍ਹਾਂ ਦੀ ਨਹੀਂ ਹੈ ਜਿਸ ਤਰ੍ਹਾਂ ਭਗਵੰਤ ਮਾਨ ਜਾ ਕੇ ਪੈਰਾਂ ਦੇ ਵਿੱਚ ਗਿਰ ਗਿਆ ਸੀ ਕੇਜਰੀਵਾਲ ਦੇ, ਔਰ ਫਿਰ ਉਹ ਸਿਸੋਦੀਆ ਦੇ ਵੀ ਪੈਰਾਂ 'ਚ ਗਿਰਨ ਲੱਗਿਆ ਸੀ, ਔਰ ਜਿਸ ਤਰੀਕੇ ਨਾਲ ਕਾਰ 'ਤੇ ਲਟਕਦਾ ਸੀਗਾ ਉੱਥੇ ਸੰਗਰੂਰ 'ਚ ਜਦੋਂ ਇਲੈਕਸ਼ਨਾਂ ਹੋਈਆਂ। ਤੋ ਸਾਡਾ ਸਵਾਇਮਾਨ ਖਤਮ ਕਰ ਦਿੱਤਾ। ਜਿਸ ਕੌਮ ਦਾ ਸਵਾਇਮਾਨ ਖਤਮ ਕਰ ਦਿੰਦੀਆਂ ਜਿਹੜੀਆਂ ਉਸ ਵੇਲੇ ਤਾਕਤਵਰ ਕੌਮਾਂ ਹੁੰਦੀਆਂ, ਉਹ ਫਿਰ ਕੌਮਾਂ ਮਤਲਬ ਢਹਿ ਢੇਰੀ ਹੋ ਜਾਂਦੀਆਂ। ਉਹ ਧਰਮ ਜਿਹੜੇ ਗਿਰ ਜਾਂਦੇ। ਰੈੱਡ ਇੰਡੀਅਨਸ ਦੇ ਨਾਲ ਕੀ ਹੋਇਆ? ਉਸ ਧਰਤੀ ਦੇ ਮਾਲਕ ਸੀ। ਸਮਝੇ ਕਿ ਨਹੀਂ। ਉਹਨਾਂ ਦਾ ਸ਼ਿਕਾਰ ਕੀਤਾ ਗਿਆ। ਸਮਝੇ ਕਿ ਨਹੀਂ। ਉਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਇਤਿਹਾਸ ਖਤਮ ਕਰ ਦਿੱਤਾ, ਉਹਨਾਂ ਦੀ ਜ਼ਬਾਨ ਖਤਮ ਕਰ ਦਿੱਤੀ, ਉਹਨਾਂ ਦੀਆਂ ਸਾਰੀਆਂ ਜਿਹੜੇ ਜੋ ਸੋਸ਼ਲ ਸਟਰਕਚਰ ਸੀ ਉਹ ਖਤਮ। ਪਨਾਹ ਉਹਨਾਂ ਨੂੰ ਕਿੱਥੇ ਲਾਤਾ? ਸ਼ਰਾਬ, ਡਰੱਗ, ਉਹਨਾਂ ਨੂੰ ਫ੍ਰੀ ਕਰਤੀ। ਉੱਥੇ ਉਹ ਪਏ। ਮੈਂ ਆਪ ਦੇਖਿਆ ਕੈਨੇਡਾ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਉਹ ਵਿਚਾਰੇ ਸੜਕਾਂ 'ਤੇ ਰੁਲਦੇ ਫਿਰਦੇ। ਯੂ ਰੀਅਲੀ ਪਿਟੀ ਦੈਮ, ਯੂ ਰੀਅਲੀ ਮਤਲਬ ਕਰਾਈ ਫॉर ਦੈਮ ਕਿ ਕਿੱਡੀ ਗਲਤ ਇਮੋਰਲ ਜਿਹੜੀ ਇੱਕ ਕਮਿਊਨਿਟੀ ਸੀ ਜਿਸ ਤਰੀਕੇ ਨਾਲ ਉਹਨਾਂ ਨੇ ਐਬੋਰੀਜਨਸ ਦਾ ਉੱਥੇ ਸ਼ਿਕਾਰ ਕੀਤਾ ਗਿਆ। ਸਮਝੇ ਕਿ ਨਹੀਂ। ਤੋ ਇਸੇ ਤਰੀਕੇ ਨਾਲ ਨਿਊਜ਼ੀਲੈਂਡ ਦੇ ਵਿੱਚ ਉਹ ਵਿਚਾਰੇ ਫਿਰਦੇ। ਅੱਜ ਜਿਹੜੇ ਗੋਰਿਆਂ ਦੀ ਕੁਛ ਮਤਲਬ ਲੋਕ ਆ ਜਿਨ੍ਹਾਂ ਦੀ ਕੌਨਸ਼ੀਅਸ ਪ੍ਰਿਕ ਕਰਦੀ ਆ, ਉਹਨਾਂ ਨੇ ਮਾਫੀ ਮੰਗੀ ਆ ਵੀ ਅਸੀਂ ਇਹਨਾਂ ਦਾ ਬਹੁਤ ਇਹਨਾਂ 'ਤੇ ਜ਼ੁਲਮੋ ਸਿਤਮ ਕੀਤਾ, ਪਰ ਹਿੰਦੁਸਤਾਨ 'ਚ ਤਾਂ ਕਿਸੇ ਦੀ ਕੌਨਸ਼ੀਅਸ ਹੈ ਹੀ ਨਹੀਂ ਰੂਲਿੰਗ ਕਲਾਸ ਦੀ। ਉਹ ਇਸ ਗੱਲ ਦਾ ਅਹਿਸਾਸ ਹੀ ਨਹੀਂ ਕਰਦੇ ਵੀ ਕਿੱਡੀ ਵੱਡੀ ਸਿੱਖਾਂ ਦੀ ਕੰਟਰੀਬਿਊਸ਼ਨ, ਕਿੰਨਾ ਇਹਨਾਂ ਸਿੱਖਾਂ ਨੇ ਇਸ ਮੁਲਕ ਨੂੰ ਦਿੱਤਾ ਤੇ ਅਸੀਂ ਇਹਨਾਂ ਦੇ ਉੱਤੇ ਕਿੰਨਾ ਜ਼ੁਲਮ ਸਿਤਮ ਕੀਤਾ। ਸਮਝੇ ਕਿ ਨਹੀਂ। ਹਰ ਪਹਿਲੂ ਤੇ ਸਿੱਖਾਂ ਨਾਲ ਡਿਸਕ੍ਰਿਮੀਨੇਸ਼ਨ, ਜੁਡੀਸ਼ਰੀ ਦੇ ਵਿੱਚ ਸਿੱਖਾਂ ਨਾਲ ਡਿਸਕ੍ਰਿਮੀਨੇਸ਼ਨ। ਲੈਟ ਮੀ ਟੈਲ ਯੂ ਵੈਰੀ ਫਰੈਂਕਲੀ, 1984 ਦਾ 4 ਦਿਨ ਕਤਲੋਗਾਰਤ ਦਿੱਲੀ ਦੇ ਵਿੱਚ, ਜਿੱਥੇ ਦਿੱਲੀ ਹਾਈ ਕੋਰਟ ਦਾ ਹੈੱਡਕੁਆਟਰ ਹੈ, ਸੁਪਰੀਮ ਕੋਰਟ ਦਾ ਹੈੱਡਕੁਆਟਰ, ਸੂਓ ਮੋਟੋ ਨੋਟਿਸ ਕਿਉਂ ਨਹੀਂ ਲਿਆ? ਇੱਕ ਰਜਿੰਦਰ ਸੱਚਰ ਉਸ ਦਾ ਸੂਓ ਮੋਟੋ ਨੋਟਿਸ ਲੈਣ ਲੱਗਿਆ, ਉਸੇ ਵੇਲੇ ਉਹਦਾ ਰੋਸਟਰ ਬਦਲ ਦਿੱਤਾ। ਮਤਲਬ ਕਿਸ ਕਿਸਮ ਦੀ ਜੁਡੀਸ਼ਰੀ, ਕਿਸ ਦੇ ਉੱਤੇ ਸਿੱਖ ਵਿਸ਼ਵਾਸ ਕਰਨ? ਕਿਹੜੇ ਕਾਨੂੰਨ ਦੇ ਉੱਤੇ, ਕਿਹੜੀ ਜੁਡੀਸ਼ਰੀ ਦੇ ਉੱਤੇ ਸਿੱਖ ਵਿਸ਼ਵਾਸ ਕਰਨ? ਇੱਕ ਬਹੁਤ ਬੜੀ ਤਰਾਸਦੀ ਹੈ। ਔਰ ਸਿੱਖਾਂ ਦੀ ਇਸ ਵੇਲੇ ਉਸੇ ਕਿਸਮ ਦੀ ਇਲੀਨੇਸ਼ਨ ਹੈ ਇੰਡੀਅਨ ਐਸਟੈਬਲਿਸ਼ਮੈਂਟ ਤੋਂ, ਜਿਸ ਕਿਸਮ ਦੀ ਰੈੱਡ ਇੰਡੀਅਨਸ ਦੀ, ਐਬੋਰੀਜਨਸ ਦੀ ਜਾਂ ਹੋਰ ਇਸ ਕਿਸਮ ਦੀਆਂ ਜਿਹੜੀਆਂ ਉਹਨਾਂ ਨੂੰ ਵਿਚਾਰਿਆਂ ਨੂੰ ਇਸੇ ਕਰਕੇ ਦਾ ਡਰੱਗਿਜ਼ਮ 'ਚ ਪਾਇਆ। ਔਰ ਉਹਨਾਂ ਦੀਆਂ ਜਿਹੜੀਆਂ ਕਾਲੋਨੀਜ਼ ਆ ਉਹਦੇ ਉੱਤੇ ਫ੍ਰੀ ਸ਼ਰਾਬ, ਉਹਦੇ 'ਤੇ ਕੋਈ ਟੈਕਸ ਨਹੀਂ, ਉਹਦੇ 'ਤੇ ਜੂਆ ਖੇਲਿਆ ਜਾ ਰਿਹਾ। ਸਮਝੇ ਕਿ ਨਹੀਂ। ਤੋ ਉਹ ਜੂਏ ਦਾ ਉਹਨਾਂ ਨੂੰ ਮਤਲਬ ਲਾਇਸੈਂਸ ਦਿੱਤੇ ਹੋਏ। ਸਮਝੇ ਕਿ ਨਹੀਂ। ਤਾਂ ਕਿ ਉਹ ਕਿਸੇ ਗੱਲ ਐਸ ਬੁਰੀ ਤਰੀਕੇ ਨਾਲ ਉਸ ਪਾਸੇ ਲਾ ਤਾ ਕਿ ਉਸ ਦੇ 'ਚੋਂ ਨਿਕਲ ਨਹੀਂ ਸਕਦੇ। ਅੱਜ ਸਿੱਖਾਂ ਦੀ ਵੀ ਉਹੀ ਹਾਲਤ ਹੈ।
ਡਰੱਗਿਜ਼ਮ ਦੇ ਵਿੱਚ ਇਤਨੀ ਫਰੀडम, ਜਿਸ ਦੇ ਵਿੱਚ ਸਰਕਾਰ ਦੀ ਕਾਰਨਕੁਨ, ਪੁਲਿਸ ਇਨਵੋਲਵਮੈਂਟ ਆ, ਐਸਟੈਬਲਿਸ਼ਮੈਂਟ ਦੀ ਇਨਵੋਲਵਮੈਂਟ ਆ, ਪੋਲੀਟੀਕਲ ਪਾਰਟੀਆਂ ਦੀ, ਪੋਲੀਟੀਕਲ ਲੀਡਰਸ ਦੀ ਇਨਵੋਲਵਮੈਂਟ ਆ, ਸਮਝੇ ਕਿ ਨਹੀਂ। ਉਹਦੇ ਵਿੱਚ ਕੁਛ ਕੁ ਜਿਹੜੇ ਸਿੱਖ ਆ, ਕਿਉਂਕਿ ਉਹ ਜਾ ਕੇ ਸਰਕਾਰ ਦੀ ਹਾਂ 'ਚ ਹਾਂ ਕਰਦੇ ਆ, ਔਰ ਉਹਨਾਂ ਨੂੰ ਮਤਲਬ ਆਪਣੀਆਂ ਪ੍ਰਾਪਰਟੀਆਂ ਬਣਾ ਲਈਆਂ ਅਰਬਾਂ ਖਰਬਾਂ ਕਰੋੜਾਂ ਰੁਪਇਆ ਦੀ। ਤਾਂ ਤੁਸੀਂ ਦੱਸੋ, ਸੁਮੇਧ ਸਿੰਘ ਸੈਣੀ ਜਿਸ ਨੇ ਕਿਤਨੇ ਗੁਨਾਹ ਕੀਤੇ, ਕਿਤਨੇ ਜ਼ੁਲਮੋ ਸਿਤਮ ਕੀਤਾ ਸਿੱਖਾਂ ਦੇ ਉੱਤੇ, ਜੁਡੀਸ਼ਰੀ ਵੀ ਉਹਦੀ ਫੇਵਰ ਕਰਦੀ ਹੈ, ਸਮਝੇ ਕਿ ਨਹੀਂ। ਔਰ ਜੁਡੀਸ਼ਰੀ ਨੇ ਤਾਂ ਕਰਨਾ ਹੀ, ਕਿਉਂਕਿ ਹਿੰਦੂਆਈਜ਼ ਜੁਡੀਸ਼ਰੀ ਹੈ। ਤਾਂ ਦੂਜੇ ਪਾਸੇ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੇ ਕੀ ਕੀਤਾ, ਸਭ ਤੋਂ ਪਹਿਲਾਂ ਹਲੇ ਸਹੁੰ ਨਹੀਂ ਖਾਧੀ ਸੀ, ਸੁਖਬੀਰ ਬਾਦਲ ਕਹਿੰਦਾ DGP ਬਣੋ ਪੰਜਾਬ ਦੇ। ਇਹ ਗੱਲ ਨੂੰ ਕਿਸ ਤਰ੍ਹਾਂ ਮਿਟਾ ਦੋਗੇ ਤੁਸੀਂ ਇਤਿਹਾਸ ਦੇ ਵਿੱਚ? ਕਿੰਨਾ ਮਤਲਬ ਸੁਖਬੀਰ ਬਾਦਲ ਕਿੰਨੇ ਤਰਲੇ ਲੈ ਲਏ, ਔਰ ਇਸੇ ਤਰੀਕੇ ਨਾਲ ਪ੍ਰਕਾਸ਼ ਸਿੰਘ ਬਾਦਲ ਕਿੰਨੇ ਤਰਲੇ, ਕਿਸ ਤਰੀਕੇ ਨਾਲ ਮਿਟਾ ਲਓਗੇ? ਆਹੀ ਮੁੰਡਾ ਆ ਜਿਹੜਾ ਜਿਹਨੇ ਕਿਹਾ ਸੀ ਦਰਬਾਰ ਸਾਹਿਬ ਤੇ ਅਸੀਂ ਅਟੈਕ ਕਰਾਵਾਂਗੇ, ਉਹ ਜਿਹੜਾ ਉੱਥੇ ਫੜਿਆ ਗਿਆ ਸ਼ਿਵ ਸੈਨਾ ਦਾ ਗੁਰਦਾਸਪੁਰ ਦੇ ਵਿੱਚ, ਉਸ ਮੁੰਡੇ ਤੇ ਕੋਈ ਜਦੋਂ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਸੀ ਅਟੈਕ ਹੋਇਆ, ਮਾੜੀ ਮੋਟੀ ਉਹਦੀ ਇੰਜਰੀ ਹੋਈ, ਹੀ ਵਾਜ਼ ਐਡਮਿਟਡ ਟੂ ਦੀ ਹਸਪੀਟਲ, ਆਲ ਦੀ ਵੇ ਪ੍ਰਕਾਸ਼ ਸਿੰਘ ਬਾਦਲ ਵੈਂਟ ਓਵਰ ਦੇਅਰ। ਠੀਕ ਹੈ, ਹਾਂਜੀ, ਉੱਥੇ ਉਸਨੂੰ 22 ਲੱਖ ਰੁਪਈਆ ਉਸ ਵੇਲੇ ਕੈਸ਼ ਦਿੱਤਾ ਸਰਕਾਰ ਕਰਨੀ, ਉਸ ਵੇਲੇ 22 ਲੱਖ ਰੁਪਈਆ। ਦੇਖੋ ਤੁਸੀਂ ਜਰਨਲਿਸਟ ਹੋ, ਤੁਹਾਨੂੰ ਇਹਨਾਂ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ, ਸਮਝੇ ਕਿ ਨਹੀਂ। ਤੋ ਇਹ ਚੀਜ਼ਾਂ ਇਹਦੇ ਕਿਸ ਚੀਜ਼ ਦਾ ਇਹ ਮੈਸੇਜ ਦੇ ਰਹੀ ਹੈ, ਕਿਸ ਚੀਜ਼ ਦਾ ਇਹ ਮੈਸੇਜ ਦੇ ਰਹੀ। ਔਰ ਉੱਥੇ ਹੀ ਆਪਣਾ ਸਤਵੰਤ ਸਿੰਘ ਦਾ ਫਾਦਰ ਬਿਮਾਰ ਸੀ, ਉਸੇ ਹਸਪੀਟਲ 'ਚ, ਉਹਦੇ ਨੈਕਸਟ ਰੂਮ 'ਚ ਪਿਆ ਸੀ ਵਿਚਾਰਾ, ਉਸ ਦੀ ਖਬਰ ਲੈਣ ਤੱਕ ਨਹੀਂ ਗਏ ਪ੍ਰਕਾਸ਼ ਸਿੰਘ ਬਾਦਲ। ਹੁਣ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛੇ, ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਸੀ, ਕਿ ਕਿਸੇ ਆਦਮੀ ਨੂੰ ਤੁਸੀਂ ਖੁਸ਼ਕਿਸਮਤ ਕਹਿ ਨਹੀਂ ਸਕਦੇ ਅਨਲੈਸ ਯੂ ਹੈਵ ਸੀਨ ਹਿਜ਼ ਐਂਡ। ਯੂ ਮੇਰੀ ਕਹੀ ਵੀ ਗੱਲ ਨਹੀਂ, ਅਮਰੀਕਾ ਦੇ ਇੱਕ ਬਹੁਤ ਬੜਾ ਥਿੰਕਰ ਹੈ, ਉਹਨੇ ਇੱਕ ਗੱਲ ਕਹੀ ਸੀ, ਯੂ ਕੈਨ ਨਾਟ ਕਾਲ ਏ ਮੈਨ ਲੱਕੀ ਅਨਲੈਸ ਯੂ ਹੈਵ ਸੀਨ ਹਿਜ਼ ਐਂਡ, ਸਮਝੇ ਕਿ ਨਹੀਂ। ਅੰਤ ਦੱਸੇਗਾ ਆਦਮੀ ਖੁਸ਼ ਨਸੀਬ ਸੀ ਜਾਂ ਬਦਨਸੀਬ ਸੀ। ਜਿਹੜੀ ਪੰਥਕ ਆਪਦੇ ਆਪ ਨੂੰ ਪੰਥਕ ਕਹਾਉਣ ਦੀ ਸਰਕਾਰ ਹੈ, ਉਸਨੇ ਬਹੁਤ ਵੱਡਾ ਘਾਣ ਕੀਤਾ, ਉਸਨੇ ਸਿੱਖਾਂ ਦੀ ਹੋਂਦ ਨੂੰ ਖਤਰੇ ਵਿੱਚ ਪਾਇਆ ਹੁਣ ਤੱਕ। ਹਾਂ, ਐਬਸੋਲਿਊਟਲੀ। ਉਹ ਪੰਥਿਕ ਨਹੀਂ ਸੀ, ਕਹਿਣ ਨੂੰ ਪੰਥਿਕ ਸੀ। ਕੈਰੋਂ ਵਾਜ਼ ਐਂਟੀ ਸਿੱਖ 100%, ਦਰਬਾਰਾ ਵਾਜ਼ 100%। ਦਰਬਾਰਾ ਸਿੰਘ ਨੇ ਸਾਈਨ ਕੀਤੇ ਆ ਪਾਣੀਆਂ ਦੇ ਇਸ਼ੂ ਦੇ ਉੱਤੇ, ਕੇਸ ਵਿਡਰਾ ਕੀਤਾ ਸੁਪਰੀਮ ਕੋਰਟ 'ਚ। ਮੈਨੂੰ ਇੱਕ ਤੁਸੀਂ ਇਹ ਜਵਾਬ ਦਿਓ, ਸਵਾਏ ਲਛਮਣ ਸਿੰਘ ਗਿੱਲ ਤੋਂ, ਜਿਹਨੇ 9-10 ਮਹੀਨੇ ਰਾਜ ਕੀਤਾ ਪੰਜਾਬ ਦੇ ਵਿੱਚ, ਬਾਕੀ ਸਾਰੇ ਦੇ ਸਾਰੇ ਜਿੰਨੇ ਵੀ ਚੀਫ ਮਿਨਿਸਟਰ ਆਏ, ਚਾਹੇ ਗੁਰਨਾਮ ਸਿੰਘ ਸੀ, ਚਾਹੇ ਪ੍ਰਕਾਸ਼ ਸਿੰਘ ਬਾਦਲ ਸੀ, ਚਾਹੇ ਦਰਬਾਰਾ ਸਿੰਘ ਸੀ, ਚਾਹੇ ਕੈਰੋਂ ਸੀ, ਸਾਰਿਆਂ ਨੇ ਸਿੱਖਾਂ ਦੇ ਉੱਤੇ ਜ਼ੁਲਮ ਕਰਕੇ ਉਹ ਸਿੱਖਾਂ ਦੇ ਬੇਗੁਨਾਹ ਸਿੱਖਾਂ ਦੇ ਖੂਨ ਦੇ ਉੱਤੇ ਆਪਣੀਆਂ ਅਰਬਾਂ ਖਰਬਾਂ ਕਰੋੜਾਂ ਰੁਪਏ ਦੀਆਂ ਪ੍ਰਾਪਰਟੀਆਂ ਬਣਾਈਆਂ, ਸਮਝੇ ਕਿ ਨਹੀਂ। ਤੋ ਉਹ ਮਤਲਬ ਉਹਨਾਂ ਦੀ ਮਤਲਬ ਬੇਗੁਨਾਹ ਸਿੱਖਾਂ ਦੇ ਖੂਨ ਤੇ ਬਣਾਈਆਂ ਪ੍ਰਾਪਰਟੀਆਂ ਤੇ ਅੱਜ ਉਹ ਸਰਵਾਈਵ ਕਰ ਰਹੇ, ਉਹਨਾਂ ਦੀ ਕੋਈ ਮਿਹਨਤ ਦੀ ਕਮਾਈ ਨਹੀਂ ਸੀ। ਜਿਹੜਾ ਤੁਸੀਂ ਤਾਂ ਬੱਚੇ ਹੋ, ਤੁਹਾਨੂੰ ਮੈਂ ਉਹ ਜ਼ਿੰਦਗੀ ਸਾਡੀ ਉਮਰ ਦੇ ਵਿੱਚ ਮੈਂ ਦੇਖਿਆ ਵਾ, ਜਿਹੜਾ ਕੈਰੋਂ ਸੀ ਉਹਦੀ ਵਾਈਫ 70-80 ਰੁਪਏ ਮਹੀਨੇ ਦੀ ਸਕੂਲ ਟੀਚਰ ਸੀ, ਠੀਕ ਹੈ, ਸਮਝੇ ਨਹੀਂ। ਮੈਨੂੰ ਦੱਸੋ 70-80 ਰੁਪਈਏ ਲੈਣ ਵਾਲਾ ਬੰਦਾ ਕਿੱਥੇ ਦੀ ਕਿੱਥੇ ਇੰਨੀ ਅਰਬਾਂ ਖਰਬਾਂ ਰੁਪਏ ਦੀਆਂ ਪ੍ਰਾਪਰਟੀਆਂ ਬਣਾ ਸਕਦਾ? ਉਹਨਾਂ ਨੂੰ ਖੁੱਲ੍ਹ ਦਿੱਤੀ ਗਈ ਜਾਣ ਬੁੱਝ ਕੇ, ਠੀਕ ਹੈ, ਸਮਝੇ ਕਿ ਨਹੀਂ, ਤਾਂ ਕਿ ਉਹਨਾਂ ਦੇ ਰਾਹੀਂ ਹੀ ਸਿੱਖਾਂ ਦਾ ਕਤਲੋ ਗਾਰਤ ਕਰਾਇਆ ਜਾਵੇ ਔਰ ਪੰਜਾਬ ਨੂੰ ਲੁੱਟਿਆ ਘਸੁੱਟਿਆ ਜਾਵੇ। ਸੋ ਪੰਜਾਬ ਤੇ ਲਗਾਤਾਰ ਕਿਤੇ ਨਾ ਕਿਤੇ ਸਾਜ਼ਿਸ਼ਾਂ ਹੁੰਦੀਆਂ ਰਹੀਆਂ ਕੋਝੀਆਂ, ਜਿਹਦਾ ਹਰਜ਼ਾਨਾ ਪੰਜਾਬ ਭੁਗਤਦਾ ਰਿਹਾ ਆ। ਪਰ ਜਿਸ ਤਰੀਕੇ ਨਾਲ ਹੁਣ ਬਿਆਨ ਸਿੱਖਾਂ ਦੀ ਆਬਾਦੀ ਨੂੰ ਲੈ ਕੇ ਆ ਰਹੇ ਨੇ, ਉਸ ਨੂੰ ਹੁਣ ਦੇਖਣਾ ਆ ਕਿ ਕਿਸ ਤਰੀਕੇ ਦੇ ਨਾਲ ਕਿਹੜੇ ਸਿਆਸੀ ਉਹ ਜੁਗਤਾਂ ਹੋਣਗੀਆਂ, ਉਹ ਤਰੀਕੇ ਹੋਣਗੇ ਜਿਨ੍ਹਾਂ ਨਾਲ ਇਸ ਚੀਜ਼ਾਂ ਨੂੰ ਠੱਲਿਆ ਜਾਵੇਗਾ, ਇਸ ਨੂੰ ਹੱਲ ਕੀਤਾ ਜਾਵੇਗਾ, ਜਾਂ ਫਿਰ ਇਹ ਬਿਆਨ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਦੇ ਵਿੱਚ ਕੋਈ ਨਵਾਂ ਭੁਚਾਲ ਲੈ ਕੇ ਆਵੇਗਾ। ਮੈਂ ਸੁਰਖਾਬ ਆਪਣੇ ਸਹਿਯੋਗੀ ਅਮਨ ਦੇ ਨਾਲ, ਰੋਜ਼ਾਨਾ ਸਪੋਕਸਮੈਨ, ਚੰਡੀਗੜ੍ਹ।